ਕਹਿਣ ਤੋਂ ਭਾਵ ਨਾ ਸ਼ੁਕਰੇ ਵੀ ਬਹੁਤ ਹਨ, ਜਿਹੜੇ ਦਾਤਾਂ ਲੈ ਲੈ ਕੇ ਆਪ ਮੁੱਕਰਦੇ ਪਏ ਹਨ, ਤੇ ਸ਼ੁਕਰ ਕਰਨ ਵਾਲੇ ਵੀ ਬਹੁਤ ਹਨ, ਜਿਹੜੇ ਕਹਿੰਦੇ ਹਨ ਉਹ ਆਪ ਹੀ ਜਾਣਦਾ ਹੈ ਜੀਵਨ ਦੀਆਂ ਲੋੜਾਂ ਤੇ ਆਪੇ ਹੀ ਉਹਨਾਂ ਨੂੰ ਪੂਰੀਆਂ ਕਰਦਾ ਹੈ। ਐਸੇ ਸ਼ੁਕਰ ਵਾਲੇ ਵੀ ਬੜੇ ਹਨ। ਜਿਸਨੂੰ ਬਖਸ਼ੇ ਸਿਫਤੀ ਸਲਾਹ, ਤੇ ਜਿਸ ਨੂੰ ਉਹ ਆਪਣੀ ਸਿਫਤ ਸਲਾਹ ਦੀ ਬਖਸ਼ਿਸ਼ ਦੇ ਦਿੰਦਾ ਹੈ। ਨਾਨਕ ਪਾਤਸ਼ਾਹੀ ਪਾਤਸ਼ਾਹ, ਤੋ ਉਸ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਭਾਵ ਉੱਚੀ ਇੱਜ਼ਤ ਵਾਲਾ ਜਿਹੜਾ ਹੈ ਉਹ ਆਖਣਾ ਚਾਹੀਦਾ ਹੈ। ਇਸ ਦਾ ਭਾਵ ਹੈ ਉਸਦੀ ਸਿਫਤ ਸਲਾਹ ਜਿਹੜੀ ਹੈ ਇਹ ਬਹੁਤ ਹੀ ਉੱਚੀ ਬਖਸ਼ਿਸ਼ ਹੈ। ਅਮੁੱਲ ਗੁਣ ਅਮੁੱਲ ਵਪਾਰ, ਤੋ ਉਸਦੇ ਗੁਣ ਅਮੁੱਲ ਹਨ, ਬੇਸ਼ਕੀਮਤੀ ਹਨ, ਤੇ ਉਸ ਦੇ ਗੁਣਾਂ ਦਾ ਵਪਾਰ ਜਿਹੜਾ ਹੈ ਇਹ ਵੀ ਬੜਾ ਕੀਮਤੀ ਹੈ। ਅਮੁੱਲ ਵਪਾਰੀਏ, ਗੁਣਾਂ ਦਾ ਵਪਾਰ ਕਰਨ ਵਾਲੇ ਵੀ ਕੀਮਤੀ ਹਨ। ਅਮੁੱਲ ਭੰਡਾਰ, ਉਸ ਦੇ ਜਿਹੜੇ ਭੰਡਾਰ ਹਨ, ਨਾਮ ਦੇ ਭੰਡਾਰ, ਇਹ ਵੀ ਬੜੇ ਕੀਮਤੀ ਹਨ, ਇਹ ਵੀ ਅਮੁੱਲ ਹਨ। ਗੁਣਾਂ ਦੇ ਖਜ਼ਾਨੇ ਵੀ ਉਹਦੇ ਅਮੁੱਲ ਹਨ। ਅਮੁੱਲ ਆਵਹਿ ਅਮੁੱਲ ਲੈ ਜਾਏ, ਉਹ ਵੀ ਅਮੁੱਲ ਹਨ, ਜਿਹੜੇ ਇਹਨਾਂ ਗੁਣਾਂ ਦਾ ਵਪਾਰ ਕਰਨ ਵਾਸਤੇ ਸੰਸਾਰ ਤੇ ਆਉਂਦੇ ਹਨ, ਅਤੇ ਉਹ ਵੀ ਅਮੁੱਲ ਹਨ, ਜਿਹੜੇ ਗੁਣਾਂ ਦਾ ਵਪਾਰ ਕਰਕੇ ਇੱਥੋਂ ਗੁਣ ਆਪਣੇ ਨਾਲ ਲੈ ਜਾਂਦੇ ਹਨ। ਅਮੁੱਲ ਭਾਇ ਅਮੁੱਲਾ ਸਮਾਇ, ਤੋ ਉਹ ਵੀ ਅਮੁੱਲ ਹਨ, ਜਿਹੜੇ ਈਸ਼ਵਰ ਦੇ ਪ੍ਰੇਮ ਵਿੱਚ ਹਨ, ਜਿਨ੍ਹਾਂ ਦੇ ਅੰਦਰ ਪ੍ਰਭੂ ਦੀ ਯਾਦ ਵਸੀ ਹੋਈ ਹੈ। ਅਮੁੱਲਾ ਸਮਾਇ, ਅਤੇ ਉਹ ਵੀ ਅਮੁੱਲ ਹਨ, ਜਿਹੜੇ ਉਹ ਉਸ ਵਿੱਚ ਲੀਨ ਹੋਏ ਰਹਿੰਦੇ ਹਨ, ਭਾਵ ਉਸ ਦੀ ਯਾਦ ਆਪਣੇ ਮਨ ਵਿੱਚ ਸਦਾ ਵਸਾਈ ਰੱਖਦੇ ਹਨ। ਅਮੁੱਲ ਧਰਮ ਅਮੁੱਲ ਦੀਵਾਨ, ਤੋ ਧਰਮ ਤੋਂ ਭਾਵ ਹੈ ਕਾਨੂੰਨ ਨਿਯਮ, ਉਸ ਦਾ ਜਿਹੜਾ ਬਣਾਇਆ ਗਿਆ ਸ੍ਰਿਸ਼ਟੀ ਨੂੰ ਪੈਦਾ ਕਰਨ ਦਾ, ਸ੍ਰਿਸ਼ਟੀ ਨੂੰ ਚਲਾਉਣ ਦਾ ਕਾਨੂੰਨ ਹੈ, ਨਿਯਮ ਹੈ, ਇਹ ਵੀ ਅਮੁੱਲ ਹੈ। ਅਮੁੱਲ ਦੀਵਾਨ, ਦੀਵਾਨ ਤੋਂ ਭਾਵ ਹੈ ਉਸ ਦੇ ਬਣਾਏ ਹੋਏ ਕਾਨੂੰਨ, ਉਸ ਦਾ ਇਨਸਾਫ ਜਿਹੜਾ ਹੈ ਉਹ ਵੀ ਅਮੁੱਲ ਹੈ। ਅਮੁੱਲ ਤੁੱਲ, ਤੁੱਲ ਤੋਂ ਭਾਵ ਹੈ ਤੱਕੜ ਵੱਟਾ, ਅਮੁੱਲ ਤੁੱਲ ਤੱਕੜ ਵੀ, ਅਤੇ ਉਹਦਾ ਤੋਲਣ ਵਾਲਾ ਜਿਹੜਾ ਵੱਟਾ ਹੈ, ਚੰਗੇ ਮੰਦੇ ਜਿਹੜੇ ਜੀਵਨ ਦੇ ਕਰਨ ਨੂੰ ਜਿਹੜਾ ਤੋਲਣਾ ਹੈ ਇਹ ਵੀ ਅਮੁੱਲ ਹੈ, ਭਾਵ ਉਹਦਾ ਨਿਆਂ ਜਿਹੜਾ ਹੈ ਉਹ ਜੀਵਾਂ ਲਈ ਉਹ ਅਮੁੱਲ ਹੈ, ਉਹ ਸੱਚਾ ਹੈ, ਉਹ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਬਖਸ਼ੀਸ਼ ਸ਼ਬਦ ਇਸਤਰੀ ਲਿੰਗ ਹੈ, ਉਸ ਤੋਂ ਪਹਿਲਾਂ ਅਮੁੱਲ ਸ਼ਬਦ ਲੱਲਾ ਜਿਹੜਾ ਹੈ ਇਹ ਔਂਕੜ ਵਾਲਾ ਨਹੀਂ ਚਾਹੀਦਾ ਸੀ, ਪਰ ਛਾਪੇ ਦੀਆਂ ਬੀੜਾਂ ਵਿੱਚ ਇੱਥੇ ਔਂਕੜ ਹੈ, ਪਰ ਪੁਰਾਤਨ ਬੀੜਾਂ ਵਿੱਚ ਲੱਲੇ ਨੂੰ ਔਂਕੜ ਨਹੀਂ ਹੈ, ਕਿਉਂਕਿ ਬਖਸ਼ੀਸ਼ ਇਸਤਰੀ ਲਿੰਗ ਹੈ, ਇਹਦਾ ਵਿਸ਼ੇਸ਼ਣ ਵੀ ਇਸਤਰੀ ਲਿੰਗ ਹੁੰਦਾ ਹੈ। ਤੋ ਉਹਦੀ ਬਖਸ਼ਿਸ਼ ਜਿਹੜੀ ਹੈ ਇਹ ਵੀ ਅਮੁੱਲ ਹੈ, ਤੇ ਜਿਹੜਾ ਬਖਸ਼ਿਸ਼ ਦਾ ਨਿਸ਼ਾਨ ਹੈ, ਬਖਸ਼ਿਸ਼ ਤੇ ਬਖਸ਼ਿਸ਼ ਦਾ ਨਿਸ਼ਾਨ ਜਿਹੜਾ ਹੈ ਇਹ ਵੀ ਅਮੋਲਕ ਹੈ, ਇਹਦਾ ਵੀ ਮੁੱਲ ਪਾਇਆ ਨਹੀਂ ਜਾ ਸਕਦਾ। ਅਮੁੱਲ ਕਰਮ ਅਮੁੱਲ ਫੁਰਮਾਨ, ਤੋ ਉਹਦੀ ਬਖਸ਼ਿਸ਼ ਵੀ ਮੁੱਲ ਹੈ, ਤੇ ਉਹਦਾ ਜਿਹੜਾ ਹੁਕਮ ਹੈ ਇਹ ਵੀ ਅਮੋਲਕ ਹੈ। ਅਮੁੱਲੋ ਅਮੁੱਲ, ਤੋ ਬਹੁਤ ਹੀ ਕੀਮਤੀ ਹੈ, ਅੰਦਾਜ਼ਿਆਂ ਤੋਂ ਪਰੇ ਹੈ, ਆਖਿਆ ਨਾ ਜਾਏ, ਤੋ ਉਸ ਦੇ ਬਾਰੇ ਕੋਈ ਕਿਹਾ ਨਹੀਂ ਜਾ ਸਕਦਾ। ਆਖ ਆਖ ਰਹੇ ਲਿਵ ਲਾਏ, ਤੋ ਜਿਹੜੇ ਧਿਆਨ ਜੋੜ ਜੋੜ ਕੇ ਆਖ ਆਖ ਕੇ
ਉਸ ਨੂੰ ਕੁਝ ਕਹਿੰਦੇ ਹਨ, ਉਸ ਬਾਰੇ ਬਿਆਨ ਕਰਦੇ ਹਨ, ਰਹੇ ਉਹ ਵੀ ਸਮਝ ਲਓ ਰਹਿ ਜਾਂਦੇ ਹਨ, ਅੰਤ ਨੂੰ ਫੇਲ ਹੋ ਜਾਂਦੇ ਹਨ, ਥੱਕ ਜਾਂਦੇ ਹਨ। ਆਖੇ ਵੇਦ ਪਾਠ ਪੁਰਾਣ, ਇਹ ਧਾਰਮਿਕ ਜੋ ਪੁਸਤਕਾਂ ਹਨ ਤੋ ਇਹ ਵੀ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਥੱਕਦੇ ਨਹੀਂ, ਇਹ ਵੀ ਲਾਈ ਜਾ ਰਹੇ ਹਨ। ਆਖੇ ਪੜ੍ਹੇ ਕਰੇ ਵਖਿਆਨ, ਤੋ ਪੜ੍ਹੇ ਹੋਏ ਵੀ ਆਪਣੇ ਵਖਿਆਨ ਕਰਦੇ ਹਨ। ਆਖੇ ਬ੍ਰਹਮੇ ਆਖੇ ਇੰਦ, ਤੋ ਇਸ ਤਰ੍ਹਾਂ ਕਈ, ਇੱਕ ਨਹੀਂ ਬ੍ਰਹਮਾ, ਇੱਕ ਨਹੀਂ ਇੰਦਰ, ਕਈ ਬ੍ਰਹਮੇ, ਬ੍ਰਹਮਿਆਂ ਵਰਗੇ ਕਈ, ਇੰਦਰ ਵਰਗੇ ਕਈ, ਗੋਪੀਆਂ ਵਰਗੇ ਕਈ, ਗੋਂਦ ਵਰਗੇ ਕਈ, ਇਹ ਸਾਰੇ ਉਸ ਦੇ ਗੁਣਾਂ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਆਖੇ ਈਸ਼ਰ ਆਖੇ ਸਿੱਧ, ਸ਼ਿਵ ਵਰਗੇ ਕਈ ਅਤੇ ਸਿੱਧਾਂ ਵਰਗੇ ਕਈ ਆਖ ਰਹੇ ਹਨ। ਆਖੇ ਕੀਤੇ ਕੀਤੇ ਬੁੱਧ, ਤੋ ਮਹਾਤਮਾ ਬੁੱਧ ਵਰਗੇ ਵੀ ਹੋਰ ਕਈ ਕੀਤੇ ਜਿਹੜੇ ਇਸ ਤਰ੍ਹਾਂ ਦੇ, ਉਹ ਵੀ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਆਖੇ ਦਾਨਵ ਆਖੇ ਦੇਵ, ਦਾਨ ਤੋਂ ਭਾਵ ਹੈ ਦੈਂਤ ਜਾਂ ਰਾਖਸ਼, ਤੋ ਰਾਖਸ਼ ਬੁੱਧੀ ਵਾਲੇ ਅਤੇ ਦੇਵਤੇ, ਦੇਵਤਾ ਸੁਭਾਅ ਮਨੁੱਖ। ਆਖੇ ਸੁਰ ਨਰ ਮੁਨੀ ਜਨ ਸੇਵ, ਇਸ ਤਰ੍ਹਾਂ ਦੇਵਤੇ, ਸੁਰੀ ਨਰ, ਮੁਨੀ ਜਨ, ਦੇਵਤਾ ਸੁਭਾਅ ਵਾਲੇ ਜਿਹੜੇ ਮਨੁੱਖ ਹਨ ਜਾਂ ਮੁਨੀ ਲੋਕ ਹਨ ਤੇ ਸੇਵਕ ਹਨ, ਉਹ ਵੀ ਪ੍ਰਭੂ ਦਾ ਅੰਦਾਜ਼ਾ ਲਾਉਂਦੇ ਫਿਰਦੇ ਹਨ। ਕੀਤੇ ਆਖੇ ਆਖਣੀ ਪਾਏ, ਸੋ ਕਿੰਨੇ ਹੋਰ ਹਨ ਜਿਹੜੇ ਕਿ ਆਖੇ ਆਖ ਰਹੇ ਹਨ, ਅੰਦਾਜ਼ਾ ਲਾ ਰਹੇ ਹਨ, ਤੇ ਕਈ ਅੰਦਾਜ਼ਾ ਲਾਉਣ ਦਾ ਯਤਨ ਕਰ ਰਹੇ ਹਨ। ਕੀਤੇ ਕਹਿ ਕੇ ਉੱਠ ਉੱਠ ਜਾਏ, ਤੋ ਕਿੰਨੇ ਹੀ ਜੀਵ ਐਸੇ ਹਨ ਜਿਹੜੇ ਕਿ ਉਸ ਪ੍ਰਭੂ ਦਾ ਅੰਦਾਜ਼ਾ ਲਾਉਂਦੇ ਲਾਉਂਦੇ ਇਸ ਜਗਤ ਤੋਂ, ਸੰਸਾਰ ਤੋਂ ਉੱਠ ਉੱਠ ਜਾਏ, ਤੁਰੇ ਜਾ ਰਹੇ ਹਨ, ਸੰਸਾਰ ਛੱਡ ਕੇ ਕੂਚ ਕਰ ਰਹੇ ਹਨ। ਇਤੇ ਕੀਤੇ ਹੋਰ ਹੀ ਕਰੇ, ਅੰਦਾਜ਼ਾ ਲਾਉਣ ਵਾਲੇ ਜਿੰਨੇ ਹਨ ਇਹਨਾਂ ਨਾਲੋਂ ਹੋਰ ਵੀ ਤੂੰ ਪੈਦਾ ਕਰ ਦੇਵੇਂ, ਅੰਦਾਜ਼ਾ ਲਾਉਣ ਵਾਲੇ ਜਿਹੜੇ ਹਨ, ਤਾਂ ਆਖ ਨਾ ਸਕੇ ਕਿ ਤਾਂ ਫੇਰ ਵੀ ਉਹਨਾਂ ਵਿੱਚੋਂ ਕੋਈ ਵੀ ਪ੍ਰਭੂ, ਇਹ ਪ੍ਰਭੂ ਤੇਰਾ ਅੰਤ ਨਹੀਂ ਪਾ ਸਕਦਾ, ਤੇਰਾ ਕੋਈ ਮਾਪ ਤੋਲ ਲੱਭ ਨਹੀਂ ਸਕਦਾ, ਅੰਦਾਜ਼ਾ ਨਹੀਂ ਲਾ ਸਕਦਾ ਤੂੰ ਕਿੱਡਾ ਵੱਡਾ ਹੈ। ਜੇ ਵਡ ਭਾਵੈ ਤੇ ਵਡ ਹੋਏ, ਤੂੰ ਜਿੱਡਾ ਵੱਡਾ ਤੂੰ ਚਾਹੁੰਦਾ ਹੈ ਹੋਣਾ, ਓਡਾ ਵੱਡਾ ਤੂੰ ਆਪ ਹੀ ਹੋ ਜਾਂਦਾ ਹੈ। ਭਾਵ ਤੂੰ ਬਹੁਤ ਵੱਡਾ ਹੈ, ਤੇਰੇ ਜਿੱਡਾ ਕੋਈ ਹੋਰ ਨਹੀਂ ਹੈ ਜਿਹੜਾ ਤੇਰਾ ਕੋਈ ਮਾਪ ਤੋਲ ਕਰ ਸਕੇ, ਅੰਦਾਜ਼ਾ ਲਾ ਸਕੇ। ਨਾਨਕ ਜਾਣੈ ਸਾਚਾ ਸੋਇ, ਤੂੰ ਇਹ ਨਾਨਕ ਆਖ, ਉਹ ਸੱਚਾ ਪ੍ਰਭੂ ਹੀ ਆਪ ਜਾਣਦਾ ਹੈ, ਆਪਣਾ ਅੰਤ ਜਾਣਦਾ ਹੈ, ਕਿੱਡਾ ਵੱਡਾ ਹੈ ਉਹ ਜਾਣਦਾ ਹੈ, ਉਸ ਤੋਂ ਬਿਨਾਂ ਹੋਰ ਕਿਸੇ ਨੂੰ ਉਸ ਬਾਰੇ ਕੋਈ ਕੁਝ ਪਤਾ ਨਹੀਂ ਹੈ। ਜੇ ਕੋ ਆਖੈ ਬੋਲ ਵਿਗਾੜੂ, ਜੇ ਕੋਈ ਬੜਬੋਲਾ ਮਨੁੱਖ ਇਹ ਕਹੇ ਵੀ ਕਿ ਮੈਂ ਦੱਸਦਾ ਹਾਂ ਕਿ ਏਡਾ ਵੱਡਾ ਪ੍ਰਭੂ ਹੈ, ਤਾਂ ਲਿਖਿਆ ਸਿਰੀ ਗਾਵਾਰਾਂ ਗਾਵਾਰ, ਤਾਂ ਉਹ ਜਿਹੜਾ ਬੜਬੋਲਾ ਮਨੁੱਖ ਹੈ ਉਸ ਨੂੰ ਫਿਰ ਮੂਰਖਾਂ ਸਿਰ ਮੂਰਖ ਲਿਖਿਆ ਜਾਂਦਾ ਹੈ। ਕਿਉਂ? ਕਿਉਂਕਿ ਉਹ ਬੜਬੋਲਾ ਮਨੁੱਖ ਕੋਈ ਦੱਸ ਤਾਂ ਨਹੀਂ ਸਕਦਾ, ਅੰਦਾਜ਼ਾ ਤਾਂ ਲਾ ਸਕਦਾ ਹੀ ਨਹੀਂ, ਇਸ ਕਰਕੇ ਉਸ ਨੂੰ ਪਛਤਾਉਣਾ ਪੈਂਦਾ ਹੈ, ਉਹ ਮੂਰਖਾਂ ਸਿਰ ਮੂਰਖ ਗਿਣਿਆ ਜਾਂਦਾ ਹੈ। ਸੋ ਦਰ ਕਿਹਾ ਸੋ ਕਰ ਕਿਹਾ, ਤੋ ਉਹ ਦਰ ਤੇ ਘਰ ਜਿਹੜਾ ਆ ਉਹ ਕਿਹਾ ਤੋਂ ਪਾਵੈ ਕਿੱਡਾ ਅਸਚਰਜ ਹੋਵੇਗਾ। ਜਿਤ ਵੈ ਸਰਬ ਸੰਭਾਲੇ, ਜਿੱਥੇ ਬੈਠ ਕੇ ਪ੍ਰਭੂ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ। ਵਾਜੇ ਨਾਦ ਅਨੇਕ ਅਸੰਖਾਂ, ਕੀਤੇ ਵਾ ਬਣਹਾਰੇ, ਸੋ ਤੇਰੀ ਇਸ ਕੁਦਰਤ ਵਿੱਚ
ਵਾਜੇ ਨਾਦ ਅਨੇਕ ਅਸੰਖਾਂ, ਅਨੇਕਾਂ ਅਣਗਿਣਤ ਵਾਜੇ, ਨਾਦ ਵਾਜੇ ਤੇ ਰਾਗ ਹਨ, ਤੇ ਇਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਵੀ ਬੜੇ ਹਨ। ਵਾਵਣਹਾਰੇ ਕੀਤੇ ਰਾਗ ਪਰੀ ਸਿਉ ਕਈਆਂ ਨੇ, ਕਿੰਨੇ ਹੀ ਰਾਗ ਹਨ ਜਿਹੜਾ ਪਰੀਆਂ ਸਮੇਤ ਰਾਗਣੀਆਂ ਸਮੇਤ ਕਹੇ ਜਾਂਦੇ ਹਨ। ਕੀਤੇ ਗਾਵਣਹਾਰੇ, ਤੇ ਇਹਨਾਂ ਰਾਗਾਂ ਤੇ ਰਾਗਣੀਆਂ ਨੂੰ ਗਾਉਣ ਵਾਲੇ ਵੀ ਬੇਅੰਤ ਹਨ। ਗਾਵਹਿ ਤੂਨੋਂ ਪਾਉਣ ਪਾਣੀ ਬੈਸ਼ੰਤਰ, ਇਹ ਤੈਨੂੰ, ਇਹ ਪ੍ਰਭੂ ਤੈਨੂੰ ਹਵਾ, ਪਾਣੀ, ਅੱਗ ਇਹ ਵੀ ਗਾ ਰਹੇ ਹਨ। ਭਾਵ ਤੇਰੀ ਰਜ਼ਾ ਵਿੱਚ ਤੇਰੇ ਬਣਾਏ ਹੋਏ ਕੁਦਰਤੀ ਅਸੂਲਾਂ ਮੁਤਾਬਕ ਇਹ ਚੱਲ ਰਹੇ ਹਨ। ਗਾਵੇ ਰਾਜਾ ਧਰਮ ਦੁਆਰੇ, ਜਿਹੜਾ ਧਰਮ ਰਾਜਾ ਕਿਹਾ ਜਾਂਦਾ ਹੈ ਉਹ ਵੀ ਕੋਈ ਵੱਡਾ ਨਹੀਂ ਹੈ, ਉਹ ਵੀ ਤੇਰੇ ਗੁਣ ਗਾ ਰਿਹਾ ਹੈ। ਗਾਵੇ ਚਿੱਤ ਗੁਪਤ, ਚਿੱਤਰ ਗੁਪਤ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਵੀ ਕੋਈ ਰੱਬ ਨਾਲੋਂ ਵੱਡੇ ਨਹੀਂ, ਉਹ ਵੀ ਤੇਰੇ ਗੁਣ ਗਾ ਰਹੇ ਹਨ। ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ, ਤੋ ਉਹ ਜੋ ਕੁਝ ਵੀ ਹਿੰਦੂ ਮਤ ਅਨੁਸਾਰ ਉਹ ਚਿੱਤਰਗੁਪਤ ਲਿਖ ਰਹੇ ਹਨ, ਤੇ ਧਰਮਰਾਜ ਜਿਹੜਾ ਉਹ ਲਿਖਿਆ ਵਿਚਾਰਦਾ ਹੈ, ਇਹ ਹਿੰਦੂ ਮਤ ਦੇ ਮੁਤਾਬਕ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਇਹ ਚਿੱਤਰਗੁਪਤ ਵੀ ਕੋਈ ਸ਼ਕਤੀ ਨਹੀਂ, ਇਹ ਧਰਮਰਾਜਾ ਵੀ ਕੋਈ ਸ਼ਕਤੀ ਨਹੀਂ ਹੈ, ਇਹ ਸਾਰੇ ਉਸ ਨੂੰ ਗਾਉਣ ਵਾਲੇ ਹਨ। ਗਾਵੇ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਸ਼ਿਵ ਵੀ ਤੈਨੂੰ ਗਾ ਰਿਹਾ ਹੈ, ਬ੍ਰਹਮਾ ਦੇਵੀਆਂ ਇਹ ਸਾਰੇ ਉਸ ਨੂੰ ਗਾ ਰਹੇ ਹਨ, ਕਿਉਂਕਿ ਇਹ ਉਸ ਤੋਂ ਵੱਡੇ ਨਹੀਂ ਹਨ। ਗਾਵੇ ਇੰਦ ਇੰਦਾਸਣ ਬੈਠੇ, ਇੰਦਰ ਆਪਣੇ ਆਸਣ ਉੱਤੇ ਬੈਠੇ, ਇੰਦ ਇੰਦ ਭਾਵ ਇੰਦਰ ਆਪਣੇ ਆਸਣ ਉੱਤੇ ਬੈਠੇ ਦੇਵਤਿਆਂ ਸਮੇਤ ਹੀ हे ਪ੍ਰਭੂ ਤੈਨੂੰ ਗਾ ਰਹੇ ਹਨ, ਭਾਵ ਤੇਰੇ ਨਾਲੋਂ ਇਹ ਵੱਡੇ ਨਹੀਂ ਹਨ। ਗਾਵੇਂ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਤੂੰ ਵਿਚਾਰ ਕਰਦੇ ਕਰਦੇ ਸਾਧ ਗਾ ਰਹੇ ਹਨ, ਤੇ ਸਿੱਧ ਜਿਹੜੇ ਆਪਣੇ ਸਮਾਧੀਆਂ ਲਾ ਲਾ ਕੇ ਤੈਨੂੰ ਗਾ ਰਹੇ ਹਨ, ਪਰ ਫਿਰ ਵੀ ਤੇਰਾ ਅੰਤ ਨਹੀਂ ਪਾ ਸਕਦੇ। ਗਾਵਨ ਜਤੀ ਸਤੀ ਸੰਤੋਖੀ, ਚਾਹੇ ਜਤੀ ਹਨ ਚਾਹੇ ਸਤੀ ਹਨ, ਦਾਨੀ ਹਨ ਚਾਹੇ ਸੰਤੋਖੀ ਹਨ, ਇਹ ਸਾਰੇ ਤੈਨੂੰ ਗਾ ਰਹੇ ਹਨ। ਗਾਵੇਂ ਵੀਰ ਕਰਾਰੇ, ਤੇ ਵੱਡੇ ਵੱਡੇ ਯੋਧੇ ਜਿਹੜੇ ਹਨ ਉਹ ਵੀ ਤੈਨੂੰ ਗਾ ਰਹੇ ਹਨ, ਉਹ ਵੀ ਤੇਰੇ ਨਾਲੋਂ ਵੱਡੇ ਨਹੀਂ ਹਨ। ਗਾਵਨੇ ਪੰਡਿਤ ਪੜਨ ਰਖੀਸ਼ਰ, ਤੋ ਰਖੀਸ਼ਰ ਦਾ ਮਤਲਬ ਵੱਡੇ ਵੱਡੇ ਰਿਖੀ ਜਿਹੜੇ ਹਨ, ਮਹਾਰਿਖੀ ਜਿਹੜੇ ਹਨ, ਉਹ ਪੰਡਤ ਤੇ ਮਹਾਰਿਖੀ ਉਹ ਵੀ ਜੁਗ ਜੁਗ ਵੇਦਾਂ ਨਾਲ ਵੇਦਾਂ ਨੂੰ ਪੜ੍ਹ ਪੜ੍ਹ ਕੇ ਤੈਨੂੰ ਗਾ ਰਹੇ ਹਨ, ਵੇਦਾਂ ਸਮੇਤ ਤੈਨੂੰ ਗਾ ਰਹੇ ਹਨ। ਗਾਵੇਂ ਮੋਹਣੀਆਂ ਮਨ ਮੋਹਨੇ, ਸੁਰਗਾ ਮੱਛ ਪਿਆਲੇ, ਤੋ ਭਾਵ ਜਿਹੜੀਆਂ ਸੁਰਗ ਮਾਤ ਲੋਕ ਤੇ ਪਤਾਲ ਵਿੱਚ ਰਹਿਣ ਵਾਲੀਆਂ ਇਹ ਕਿਹਾ ਗਿਆ ਹੈ ਕਿ ਜੋ ਸੁੰਦਰ ਇਸਤਰੀਆਂ ਹਨ, ਜਿਹੜੀਆਂ ਜਿੱਥੇ ਵੀ ਕੋਈ ਹੋਵੇ, ਚਾਹੇ ਸੁਰਗ ਵਿੱਚ ਚਾਹੇ ਮਾਤ ਲੋਕ ਵਿੱਚ ਚਾਹੇ ਪਤਾਲ ਵਿੱਚ ਜੀਵ ਹੋਣ, ਉਹਨਾਂ ਦਾ ਜਿਹੜਾ ਮਨ ਨੂੰ ਮੋਹ ਲੈਣ ਵਾਲੀਆਂ ਹੁੰਦੀਆਂ ਹਨ, ਮਨ ਮੋਹਣੀਆਂ ਹਨ। ਹਰ ਥਾਂ ਤੇ ਜੀਵ ਨੂੰ ਜਿਹੜੀਆਂ ਮੋਹ ਲੈਣ ਵਾਲੀਆਂ ਹਨ ਉਹ ਵੀ ਇਹ ਤੈਨੂੰ ਹੀ ਗਾ ਰਹੀਆਂ ਹਨ। ਗਾਵਨ ਰਤਨੋਂ ਪਾਏ ਤੇਰੇ, ਤੂੰ ਤੇਰੇ ਪੈਦਾ ਕੀਤੇ ਹੋਏ ਜਿਹੜੇ ਰਤਨ ਹਨ ਕੀਮਤੀ, ਇਹ ਵੀ ਤੈਨੂੰ ਗਾ ਰਹੇ ਹਨ। 68 ਤੀਰਥਾਂ ਸਮੇਤ ਇਹ ਤੇਰੇ ਪੈਦਾ ਕੀਤੇ ਹੋਏ ਰਤਨ, ਜਿਨ੍ਹਾਂ ਨੂੰ 14 ਰਤਨ ਵੀ ਲੋਕਾਂ ਨੇ ਕਿਹਾ ਹੈ, ਇਹ ਸਾਰੇ ਤੈਨੂੰ ਗਾ ਰਹੇ ਹਨ। ਭਾਵ ਤੇਰੇ ਨਾਲੋਂ ਕੋਈ ਰਤਨ ਉੱਚਾ ਨਹੀਂ ਹੈ, ਤੇਰੇ ਨਾਲੋਂ ਕੋਈ ਤੀਰਥ ਉੱਚਾ ਨਹੀਂ ਹੈ। ਗਾਵੇਂ ਜੋਧ ਮਹਾਬਲ ਸ਼ੂਰਾ,
ਜੋ ਦੇ ਮਹਾਬਲੀ ਸ਼ੂਰਬੀਰ ਗਾਵੇਂ ਖਾਣੀ ਚਾਰੇ। ਤੇ ਚਾਰੇ ਖਾਣੀਆਂ ਦੇ ਜਿਹੜੇ ਜੀਵ ਹਨ, ਅੰਡ, ਜੀਰਜ, ਸਿੱਧ, ਉਤਪੁਜ, ਇਹ ਚੌਂ ਖਾਣੀ 'ਚ ਪੈਦਾ ਹੋਏ ਜਿਹੜੇ ਜੀਵ ਹਨ, ਇਹ ਵੀ ਸਮਝੋ ਤੈਨੂੰ ਹੀ ਗਾ ਰਹੇ ਹਨ, ਫਿਰ ਵੀ ਤੇਰਾ ਕੋਈ ਅੰਤ ਨਹੀਂ ਹੈ। ਗਾਵੇਂ ਖੰਡ ਮੰਡਲ ਵਰ ਭੰਡਾ, ਤੂੰ ਸਾਰੀ ਦੁਨੀਆ ਦੇ ਜੀਵ ਜੰਤੂ ਤੈਨੂੰ ਗਾ ਰਹੇ ਹਨ, ਕਰ ਕਰ ਰੱਖੇ ਧਾਰੇ। ਜਿਹੜੇ ਤੇਰੇ ਟਿਕਾਏ ਹੋਏ ਹਨ, ਸਾਰੀ ਸ੍ਰਿਸ਼ਟੀ ਦੇ ਖੰਡ ਚੱਕਰ ਆਦਿਕ, ਇਹ ਵੀ ਤੈਨੂੰ ਗਾਉਂਦੇ ਨੇ, ਭਾਵ ਤੇਰੀ ਰਜ਼ਾ ਵਿੱਚ ਚੱਲ ਰਹੇ ਹਨ। ਤੇਰੇ ਬਣਾਏ ਹੋਏ ਜਿਹੜੇ ਕਾਨੂੰਨ ਹਨ, ਨਿਯਮ ਹਨ ਕੁਦਰਤ ਦੇ, ਉਹਨਾਂ ਅਨੁਸਾਰ ਚੱਲ ਰਹੇ ਹਨ, ਤੇ ਉਹਨਾਂ ਅਨੁਸਾਰ ਚੱਲਣਾ ਹੀ ਤੈਨੂੰ ਗਾਉਣਾ ਹੈ। ਸਹੀ ਤੁਧ ਨੂੰ ਗਾਵੇਂ ਜੋ ਤੁਧ ਭਾਵਨੇ, ਤੂੰ ਤੈਨੂੰ ਉਹੀ ਗਾਉਂਦੇ ਹਨ ਜਿਹੜੇ ਤੈਨੂੰ ਭਾਉਂਦੇ ਹਨ। ਅਸਲ ਵਿੱਚ ਉਹੀ ਗਾਉਂਦੇ ਹਨ ਦਿਲੋਂ ਮਨੋਂ ਜਿਹੜੇ ਤੈਨੂੰ ਭਾਉਂਦੇ ਹਨ। ਰੱਤੇ ਤੇਰੇ ਭਗਤ ਰਸਾਲੇ, ਜਿਹੜੇ ਭਗਤ ਤੇਰੇ ਨਾਮ ਦੇ ਰਸ ਵਿੱਚ ਭਿੱਜੇ ਹੋਏ ਹਨ। ਰਸਾਲੇ, ਰਸ ਜਮਾ ਆਲੇ। ਅਸਲ ਵਿੱਚ ਤੈਨੂੰ ਉਹੀ ਗਾ ਰਹੇ ਹਨ। ਹੋਰ ਕੀਤੇ ਗਾਵਨੇ ਸੇ ਮੈਂ ਚਿੱਤ ਨਾ ਆਵਨੇ, ਹੋਰ ਕਿੰਨੇ ਲੋਕ ਤੈਨੂੰ ਗਾ ਰਹੇ ਹਨ, ਤੇਰੀਆਂ ਸਿਫਤਾਂ ਕਰ ਰਹੇ ਹਨ, ਇਹ ਮੇਰੇ ਚਿੱਤ ਵਿੱਚ ਨਹੀਂ ਆਉਂਦੇ, ਭਾਵ ਬੇਅੰਤ ਹਨ। ਨਾਨਕ ਕਿਆ ਵਿਚਾਰੇ, ਤੂੰ ਨਾਨਕ ਕੀ ਵਿਚਾਰ ਕਰ ਸਕਦਾ ਹੈ ਉਹਨਾਂ ਦੀ, ਇਹ ਅਣਗਿਣਤ ਹਨ ਗਾਉਣ ਵਾਲੇ। ਸੋਈ ਸੋਈ ਸਦਾ ਸੱਚ, ਉਹ ਜੋ ਪ੍ਰਭੂ ਹੈ ਉਹ ਸਦਾ ਹੀ ਕਾਇਮ ਰਹਿਣ ਵਾਲਾ ਹੈ। ਸਾਹਿਬ ਸਾਚਾ, ਸਾਹਿਬ ਸਾਚਾ ਮਾਲਕ ਹੈ, ਸੱਚਾ ਮਾਲਕ ਹੈ, ਸਦਾ ਅਟਲ ਮਾਲਕ ਹੈ ਦੁਨੀਆ ਦਾ। ਸਾਚੀ ਨਾਈ, ਸਾਚੀ ਨਾਈ ਤੋਂ ਭਾਵੇਂ ਜਿਸ ਦੀ ਵਡਿਆਈ ਜਿਹੜੀ ਹੈ, ਜਿਹਦੀ ਸਿਫਤ ਸਲਾਹ ਜਿਹੜੀ ਹੈ, ਉਹ ਵੀ ਸੱਚੀ ਹੈ, ਭਾਵ ਅਟਲ ਹੈ ਵੀ ਹੋਸੀ ਜਾਏ ਨਾ ਜਾਸੀ। ਉਹ ਪ੍ਰਭੂ, ਉਸ ਦੇ ਨਿਯਮ ਜਿਹੜੇ ਹਨ ਉਹ ਹੁਣ ਵੀ ਅਟਲ ਹਨ, ਅਟਲ ਹੋਣਗੇ ਵੀ, ਜਾਏ ਨਾ ਜਾਸੀ। ਤੇ ਉਹ ਕਦੀ ਨਾ ਜੰਮਿਆ ਹੈ ਤੇ ਨਾ ਕਦੀ ਮਰੇਗਾ, ਭਾਵ ਜਿਹੜੇ ਉਸਨੇ ਕਾਨੂੰਨ ਬਣਾਏ ਹਨ, ਨਿਯਮ ਬਣਾਏ ਹਨ, ਇਹ ਸਦਾ ਅਟਲ ਹਨ। ਰਚਨਾ ਜਿਨ ਰਚਾਈ, ਤੇ ਜਿਸ ਨੇ ਇਹ ਰਚਨਾ ਜਿਹੜੀ ਹੈ ਉਹ ਪੈਦਾ ਕੀਤੀ ਹੈ, ਇਸ ਵਿੱਚ ਉਸਦੇ ਨਿਯਮ ਬਣਾਏ ਗਏ, ਉਹ ਵੀ ਅਟਲ ਹਨ। ਰੰਗੀ ਰੰਗੀ ਭਾਂਤੀ ਕਰ ਕਰੀ, ਜਿਨਸੀ ਮਾਇਆ ਜਿਨ ਨਿਉ ਪਾਈ। ਤੋ ਕਈ ਰੰਗਾਂ ਦੀ, ਕਈ ਭਾਂਤਾਂ ਦੀ ਤੇ ਕਈ ਜਿਨਸਾਂ ਦੀ ਉਸਨੇ ਸੰਸਾਰ ਦੇ ਵਿੱਚ ਇਹ ਰਚਨਾ ਰਚੀ ਹੈ, ਮਾਇਆ ਪੈਦਾ ਕੀਤੀ ਹੈ। ਕਰ ਕਰ ਵੇਖਿਆ ਕੀਤਾ ਆਪਣਾ, ਉਹ ਆਪਣਾ ਕਰਕੇ ਆਪ ਹੀ ਦੇਖ ਸੰਸਾਰ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਚਲਾ ਰਿਹਾ ਹੈ। ਜਿਵ ਤਿਸ ਦੀ ਵਡਿਆਈ, ਜਿਵੇਂ ਉਸ ਨੂੰ ਭਾਉਂਦਾ ਹੈ ਤਿਵੇਂ ਉਸ ਸੰਸਾਰ ਨੂੰ ਚਲਾ ਰਿਹਾ ਹੈ। ਜੋ ਤਿਸ ਭਾਵੈ ਸੋਈ ਕਰਸੀ, ਉਹੀ ਹੋਵੇਗਾ ਜੋ ਉਸ ਨੂੰ ਚੰਗਾ ਲੱਗਦਾ, ਭਾਵ ਜੋ ਉਸ ਦੇ ਕਾਨੂੰਨ ਬਣਾਏ ਹਨ, ਜੋ ਉਸ ਦੇ ਕੁਦਰਤ ਦੇ ਨਿਯਮ ਬਣਾਏ ਗਏ ਹਨ, ਉਹਦੇ ਅਨੁਸਾਰ ਇਹ ਸਭ ਕੁਝ ਹੋਣਾ ਹੈ। ਹੁਕਮ ਨਾ ਕਰਨ ਨਾ ਜਾਏ, ਤੇ ਇਹਨਾਂ ਕਾਨੂੰਨਾਂ ਨੂੰ ਕੋਈ ਬਦਲ ਨਹੀਂ ਸਕਦਾ, ਕੁਦਰਤ ਦੇ ਨਿਯਮਾਂ ਨੂੰ ਕੋਈ ਉਲਟਾ ਨਹੀਂ ਸਕਦਾ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਉਹ ਪਾਤਸ਼ਾਹ ਹੈ ਤੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਦੁਨਿਆਵੀ ਜਿਹੜੇ ਬਾਦਸ਼ਾਹ ਹਨ ਉਹਨਾਂ ਦੇ ਉੱਪਰ ਬਾਦਸ਼ਾਹ ਹੈ। ਨਾਨਕ ਰਹਿਣ ਰਜ਼ਾਈ, ਇਹ ਨਾਨਕ ਆਖ ਕਿ ਜੀਵਾਂ ਨੂੰ ਉਸ ਦੇ ਬਣਾਏ ਗਏ ਜਿਹੜੇ ਨਿਯਮ ਹਨ, ਕਾਨੂੰਨ ਹਨ ਕੁਦਰਤ ਦੇ, ਉਹਨਾਂ ਅਨੁਸਾਰ ਹੀ ਚੱਲਣਾ ਬਣਦਾ ਹੈ। ਮੁੰਦਾਂ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤੀ। ਸੰਤੋਖ ਰੂਪੀ ਮੁੰਦਰਾਂ ਹਨ। ਇਹ ਜੋਗੀ, ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇਂ, ਮੁੰਦਰਾਂ ਦੀ ਜਗ੍ਹਾ ਸੰਤੋਖ ਧਾਰਨ ਕਰ ਲਵੇਂ। ਸ਼ਰਮ ਪਤ ਝੋਲੀ, ਜਿਹੜਾ ਪੱਤਰ ਹੈ
ਜਿਹੜਾ ਖੱਪਰ ਫੜਿਆ ਹੋਇਆ ਤੇ ਜਿਹੜੀ ਝੋਲੀ ਪਾਈ ਹੋਈ ਹੈ, ਇਸ ਜਗ੍ਹਾ ਤੂੰ ਉਦਮ ਕਰਨਾ ਸ਼ੁਰੂ ਕਰੇ। ਮੰਗਣ ਦੀ ਜਗ੍ਹਾ ਤੇ ਉਦਮ ਕਰੇ। ਸ਼ਰਮ ਦਾ ਮਤਲਬ ਹੈ ਮਿਹਨਤ ਕਰਨੀ, ਉਦਮ ਕਰਨਾ। ਧਿਆਨ ਕੀ ਕਰਹੀ ਵਿਭੂਤੀ, ਇਹ ਜਿਹੜੀ ਵਿਭੂਤੀ ਲਾਈ ਹੈ ਸਵਾਹ ਮਲੀ ਪਿੰਡੇ ਤੇ, ਇਹ ਤੂੰ ਅਕਾਲ ਪੁਰਖ ਦੇ ਵਿੱਚ ਆਪਣਾ ਧਿਆਨ ਜੋੜੇ ਇਸ ਦੀ ਜਗ੍ਹਾ ਤੇ। ਖਿੰਥਾ ਕਾਲ, ਖਿੰਥਾ ਦਾ ਮਤਲਬ ਹੈ ਗੋਦੀ ਜਿਹੜੀ ਪਹਿਨੀ ਹੋਈ ਹੈ, ਇਸ ਨੂੰ ਤੂੰ ਇਹਦੀ ਜਗ੍ਹਾ ਤੇ ਤੂੰ ਇਸ ਨੂੰ ਕਾਲ ਸਮਝੇ, ਮੌਤ ਨੂੰ ਚੇਤੇ ਰੱਖੇ। ਕੁਆਰੀ ਕਾਇਆ ਜੁਗਤੀ, ਤੂੰ ਐਸੀ ਜੁਗਤੀ ਧਾਰਨ ਕਰੇ ਕਿ ਇਹ ਜਿਹੜੀ ਤੇਰੀ ਕਾਇਆ ਸਰੀਰ ਹੈ ਇਸ ਨੂੰ ਕੁਆਰੀ ਰੱਖੇ, ਭਾਵ ਇਹ ਮੋਹ ਮਾਇਆ ਤੋਂ ਇਸ ਨੂੰ ਨਿਰਲੇਪ ਰੱਖੇ। ਡੰਡਾ ਪ੍ਰਤੀਤ, ਇਹ ਜੋ ਡੰਡਾ ਫੜਿਆ ਹੋਇਆ ਤੈਂ, ਇਹਦੀ ਜਗ੍ਹਾ ਤੂੰ ਆਪਣੇ ਅੰਦਰ ਈਸ਼ਵਰ ਪ੍ਰਤੀ ਸ਼ਰਧਾ ਪੈਦਾ ਕਰੇ। ਆਈ ਪੰਥੀ ਸਗਲ ਜਮਾਤੀ, ਇਹ ਜਿਹੜਾ ਆਈ ਪੰਥ ਹੈ ਸਾਰਿਆਂ ਨੂੰ ਆਪਣਾ ਤੂੰ ਜਮਾਤੀ ਸਮਝੇ ਤੇ ਇਹਨੂੰ ਆਪਣਾ ਆਈ ਪੰਥ ਗਿਣੇ। ਸਾਰਿਆਂ ਨੂੰ ਆਪਣੇ ਸੱਜਣ ਮਿੱਤਰ ਸਮਝੇ, ਇਹ ਤੇਰਾ ਆਈ ਪੰਥ ਹੋਵੇ। ਮਨ ਜੀਤੈ ਜਗ ਜੀਤ, ਤੇ ਜੇ ਮਨ ਜਿੱਤਿਆ ਜਾਵੇ ਤਾਂ ਹੀ ਜਗ ਜਿੱਤਿਆ ਜਾਂਦਾ ਹੈ। ਭਾਵ ਆਪਣੇ ਮਨ ਨੂੰ ਆਪਣੇ ਅਧੀਨ ਰੱਖੇ, ਇਸ ਤਰ੍ਹਾਂ ਜਿਹੜਾ ਹੈ ਇਹ ਜਗ ਨੂੰ ਜਿੱਤੇ। ਆਦੇਸ਼ ਤਿਸੈ ਆਦੇਸ਼, ਇਹ ਜੋਗੀ ਨਮਸਕਾਰ ਕਰਨੀ ਹੈ ਤਾਂ ਉਸ ਕਰਤਾ ਪੁਰਖ ਨੂੰ ਕਰੋ। ਆਦਿ ਨੀਲ ਅਨਾਦਿ ਅਨਾਹਤ, ਜਿਹੜਾ ਕਿ ਸੰਸਾਰ ਦੇ ਮੁੱਢ ਵਿੱਚ ਸੀ, ਜੋ ਆਦਿ ਸੀ, ਆਦਿ ਅਨੀਲ, ਅਤੇ ਜਿਹੜਾ ਪਰਮ ਪਵਿੱਤਰ ਹੈ, ਜਿਹੜਾ ਕਿਸੇ ਵੀ ਕਲੰਕ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ। ਆਦਿ ਅਨੀਲ ਅਨਾਦਿ, ਜਿਹਦਾ ਕੋਈ ਮੁੱਢ ਲੱਭ ਨਹੀਂ ਸਕਿਆ। ਅਨਾਹਤ, ਤੇ ਜੋ ਸਦਾ ਹੀ ਕਾਇਮ ਹੈ, ਜਿਹਦਾ ਆਹਤ ਨਹੀਂ ਹੁੰਦਾ, ਜਿਹਦਾ ਨਾਸ਼ ਨਹੀਂ ਹੁੰਦਾ। ਜੁਗ ਜੁਗ ਏਕੋ ਵੇਸ਼, ਤੋ ਜਿਹੜਾ ਸਦਾ ਹੀ ਸੰਸਾਰ ਦੇ ਉੱਤੇ ਕਾਇਮ ਹੈ, ਮੌਜੂਦ ਹੈ, ਸਦਾ ਹੀ ਜਿਹੜਾ ਇੱਕੋ ਹੀ ਰੂਪ ਵਿੱਚ ਰਹਿੰਦਾ ਹੈ, ਉਸ ਨੂੰ ਯਾਦ ਕਰਿਆ ਕਰੇ। ਭੁਗਤੀ ਗਿਆਨ ਦਇਆ ਭੰਡਾਰਨ, ਭੁਗਤੀ ਤੋਂ ਭਾਵ ਹੈ ਚੂਰਮਾ, ਜਿਹੜਾ ਚੂਰਮਾ ਵੰਡਦਾ ਹੈ ਤੂੰ, ਇਸ ਨੂੰ ਤੂੰ ਆਤਮ ਜੀਵਨ ਦੇਣ ਵਾਲਾ ਗਿਆਨ ਸਮਝੇ। ਇਹ ਗਿਆਨ ਰੂਪ ਜਿਹੜਾ ਹੈ ਇਹ ਤੇਰੀ ਭੁਗਤੀ ਹੋਵੇ। ਦਇਆ ਭੰਡਾਰਨ, ਇਸ ਭੁਗਤੀ ਚੂਰਮੇ ਨੂੰ ਵਰਤਾਉਣ ਵਾਲੀ ਦਇਆ ਬਣ ਜਾਏ, ਤੇਰੇ ਅੰਦਰ ਦਇਆ ਪੈਦਾ ਹੋਵੇ, ਗਿਆਨ ਪੈਦਾ ਹੋਵੇ, ਦਇਆ ਪੈਦਾ ਹੋਵੇ। ਕਟ ਕਟ ਵਾਜੈ ਨਾਦ, ਤੋ ਇਸ ਤਰ੍ਹਾਂ ਇਹ ਸਮਝੇ ਕਿ ਹਰੇਕ ਜੀਵ ਦੇ ਅੰਦਰ ਉਸੇ ਅਕਾਲ ਪੁਰਖ ਦੀ ਜਿਹੜੀ ਵਸਾਈ ਹੋਈ ਜ਼ਿੰਦਗੀ ਦੀ ਰੌ ਜਿਹੜੀ ਚੱਲ ਰਹੀ ਹੈ। ਆਪ ਨਾਥ ਨਾਥੀ ਸਭ ਜਾਕੀ, ਉਹ ਪ੍ਰਭੂ ਉਸ ਨੂੰ ਤੂੰ ਨਾਥ ਸਮਝੇ, ਉਹ ਵੱਡਾ ਨਾਥ ਹੈ। ਨਾਥੀ ਸਭ ਜਾਕੀ, ਜਿਸ ਨੇ ਸਾਰੀ ਦੁਨੀਆ ਨੂੰ ਨੱਥਿਆ ਹੋਇਆ ਹੈ। ਰਿੱਧਿ ਸਿੱਧ ਅਵਰਾ ਸਾਧ, ਇਹ ਜੋ ਰਿੱਧੀਆਂ ਤੇ ਸਿੱਧੀਆਂ ਹਨ ਜੋਗੀਆਂ ਦੀਆਂ, ਇਹ ਤਾਂ ਦੂਜੇ ਪਾਸੇ ਲੈ ਜਾਣ ਵਾਲੇ ਸੁਆਦ ਹਨ, ਜੋਗੀਆਂ ਨੂੰ ਸਮਝਾ ਰਹੇ ਹਨ। ਸੰਜੋਗ ਵਿਜੋਗ ਦੋਇ ਕਾਰ ਚਲਾਵੇਂ, ਸੋ ਦੁਨੀਆ ਵਿੱਚ ਸੰਜੋਗ ਤੇ ਵਿਜੋਗ ਸੱਤਾ, ਇਹ ਦੋਵੇਂ ਰਲ ਕੇ ਦੁਨੀਆ ਦੀ ਕਾਰ ਚਲਾ ਰਹੇ ਹਨ। ਲੇਖੇ ਆਵੇਂ ਭਾਗ, ਤੇ ਜਿਹੜੇ ਇਹ
ਭਾਗ ਹਨ ਭਾਵ ਛਾਂਦੇ ਹਨ, ਦੁੱਖ ਸੁੱਖ ਦੇ ਛਾਂਦੇ ਜਿਹੜੇ ਹਨ ਇਹ ਲੇਖੇ ਐਵੇਂ ਭਾਵ ਜੀਵ ਦੇ ਕੀਤੇ ਜੋ ਕਰਮ ਹਨ ਉਹਨਾਂ ਦੇ ਲੇਖਾਂ ਅਨੁਸਾਰ ਇਹ ਹਰ ਇੱਕ ਨੂੰ ਦਰਜਾ ਬਦਰਜਾ ਜਿਹੜੇ ਉਹ ਮਿਲਦੇ ਜਾਂਦੇ ਹਨ। ਆਦੇਸ਼ ਤਿਸੈ ਆਦੇਸ਼, ਇਹ ਜੋਗੀ ਨਮਸਕਾਰ ਕਰਨੀ ਹੈ ਉਸ ਅਕਾਲ ਪੁਰਖ ਨੂੰ ਕਰੋ। ਆਦਿ ਅਨੀਲ ਅਨਾਦਿ ਅਨਾਹਤੀ, ਜੋ ਸਭ ਦਾ ਮੁੱਢ ਹੈ, ਜੋ ਪਵਿੱਤਰ ਸਰੂਪ ਹੈ, ਜਿਸ ਦਾ ਮੁੱਢ ਕੋਈ ਲੱਭ ਨਹੀਂ ਸਕਦਾ, ਜੋ ਅਵਿਨਾਸ਼ੀ ਹੈ ਅਤੇ ਜਿਹੜਾ ਹਮੇਸ਼ਾ ਹੀ ਇੱਕੋ ਹੀ ਸਰੂਪ ਵਿੱਚ ਵਿਚਰ ਰਿਹਾ ਹੈ। ਏਕਾ ਮਾਈ ਜੁਗਤਿ ਵਿਆਈ, ਤਿੰਨ ਚੇਲੇ ਪਰਵਾਣ। ਸੋ ਸਤਿਗੁਰੂ ਜੀ ਦੱਸਦੇ ਹਨ ਕਿ ਇਹ ਖਿਆਲ ਆਮ ਲੋਕਾਂ ਵਿੱਚ ਚੱਲਦਾ ਸੀ ਕਿ ਇਕੱਲੀ ਮਾਇਆ ਜਿਹੜੀ ਹੈ ਇਹ ਜੁਗਤੀ ਵਿਆਈ, ਕਿਸੇ ਜੁਗਤੀ ਨਾਲ ਪ੍ਰਸੂਤ ਹੋਈ, ਇਹ ਖਿਆਲ ਚੱਲ ਰਿਹਾ ਸੀ। ਤੇ ਉਸ ਤੋਂ ਤਿੰਨ ਦੇਵਤੇ ਪੈਦਾ ਹੋ ਗਏ, ਤਿੰਨ ਚੇਲੇ ਪਰਵਾਣ। ਸੋ ਇਸ ਖਿਆਲ ਮੁਤਾਬਕ ਲੋਕਾਂ ਨੇ ਮੰਨ ਲਿਆ ਇੱਕ ਸੰਸਾਰੀ ਇੱਕ ਭੰਡਾਰੀ। ਲੋਕ ਕਹਿਣ ਲੱਗ ਪਏ ਵੀ ਇਹਨਾਂ ਵਿੱਚੋਂ ਇੱਕ ਸੰਸਾਰੀ ਹੈ, ਸੰਸਾਰ ਨੂੰ ਪੈਦਾ ਕਰਨ ਵਾਲਾ, ਤੇ ਇਹਨਾਂ ਵਿੱਚੋਂ ਇੱਕ ਸੰਸਾਰ ਨੂੰ ਭੰਡਾਰ ਦੇਣ ਵਾਲਾ, ਅੰਨ ਦੇਣ ਵਾਲਾ, ਅਤੇ ਲੋਕਾਂ ਨੇ ਮੰਨ ਲਿਆ ਕਿ ਇਹਨਾਂ ਵਿੱਚੋਂ ਇੱਕ ਜਿਹੜਾ ਹੈ ਲੋਕਾਂ ਦੀ ਮੌਤ ਕਰਨ ਵਾਲਾ ਬਣ ਗਿਆ। ਇਹ ਲੋਕਾਂ ਦਾ ਖਿਆਲ ਉਸ ਵੇਲੇ ਪ੍ਰਚਲਿਤ ਸੀ, ਪਰ ਗੁਰੂ ਜੀ ਇਸ ਨਾਲ ਸਹਿਮਤ ਨਹੀਂ ਹੋਏ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਗੁਰੂ ਜੀ ਕਹਿੰਦੇ ਹਨ ਕਿ ਲੋਕਾਂ ਦਾ ਮੰਨਿਆ ਹੋਇਆ ਇਹ ਜਿਹੜਾ ਇਹ ਖਿਆਲ ਸੀ ਇਹ ਗਲਤ ਹੈ। ਜਿਵੇਂ ਅਕਾਲ ਪੁਰਖ ਕਰਤਾ ਪੁਰਖ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹ ਸੰਸਾਰ ਨੂੰ ਉਵੇਂ ਚਲਾ ਰਿਹਾ, ਭਾਵ ਉਸਦੇ ਬਣਾਏ ਗਏ ਜੋ ਨਿਯਮ ਹਨ, ਕਾਨੂੰਨ ਹਨ, ਉਹ ਇਸ ਸੰਸਾਰ ਦੀ ਰਚਨਾ ਜਿਹੜੀ ਹੈ ਉਸ ਨੂੰ ਕਰ ਰਹੇ ਹਨ ਤੇ ਸੰਸਾਰ ਨੂੰ ਚਲਾ ਰਹੇ ਹਨ। ਜਿਵ ਹੋਵੈ ਫੁਰਮਾਨ, ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਭਾਵ ਜਿਵੇਂ ਉਸ ਦੇ ਕਾਨੂੰਨ ਬਣਾਏ ਹੋਏ, ਨਿਯਮ ਬਣਾਏ ਹਨ ਕੁਦਰਤ ਦੇ, ਉਹਦੇ ਅਨੁਸਾਰ ਹੀ ਇਹ ਸੰਸਾਰ ਚੱਲ ਰਿਹਾ ਹੈ। ਉਹ ਵੇਖੈ ਉਹਨਾਂ ਨਦਰ ਨ ਆਵੈ। ਇਹ ਬੜੀ ਹੈਰਾਨੀ ਦੀ ਗੱਲ ਹੈ, ਬਹੁਤਾ ਇਹ ਹੋ ਵਿਡਾਣ। ਇਹ ਹੈਰਾਨੀ ਦੀ ਗੱਲ ਹੈ, ਅਚਰਜ ਦੀ ਗੱਲ ਹੈ। ਉਹ ਵੇਖੈ, ਉਹ ਅਕਾਲ ਪੁਰਖ ਜਿਹੜਾ ਹੈ ਉਹ ਤਾਂ ਸਾਰੇ ਜੀਵਾਂ ਨੂੰ ਦੇਖ ਰਿਹਾ ਹੈ, ਸਾਰੇ ਸੰਸਾਰ ਨੂੰ ਦੇਖ ਰਿਹਾ ਹੈ, ਪਰ ਇਹ ਸਾਰੇ ਸੰਸਾਰ ਦੇ ਜਿਹੜੇ ਜੀਵ ਹਨ ਉਹਨਾਂ ਨੂੰ ਅਕਾਲ ਪੁਰਖ ਨਹੀਂ ਦਿਸਦਾ। ਅਕਾਲ ਪੁਰਖ ਦੇਖ ਰਿਹਾ ਹੈ ਪਰ ਅਕਾਲ ਪੁਰਖ ਜੀਵਾਂ ਨੂੰ ਨਹੀਂ ਦਿਸਦਾ। ਇਹ ਬੜੀ ਹੈਰਾਨੀ ਦੀ ਗੱਲ ਹੈ। ਆਦੇਸ਼ ਤਿਸੈ ਆਦੇਸ਼, ਤੋ ਇਸ ਕਰਕੇ ਇਹ ਨਾ ਦਿਸਣ ਕਰਕੇ ਲੋਕਾਂ ਨੇ ਫਿਰ ਇੱਥੇ ਦੇਵਤੇ ਮੰਨ ਲਏ, ਵੀ ਇੱਕ ਸੰਸਾਰੀ ਮੰਨ ਲਿਆ, ਬ੍ਰਹਮਾ ਸੰਸਾਰੀ ਮੰਨ ਲਿਆ, ਵਿਸ਼ਨੂੰ ਨੂੰ ਭੰਡਾਰੀ ਮੰਨ ਲਿਆ, ਤੇ ਸ਼ਿਵ ਨੂੰ ਜਿਹੜਾ ਉਹ ਮਾਰਨ ਵਾਲਾ ਮੰਨ ਲਿਆ। ਕਿਉਂਕਿ ਲੋਕਾਂ ਨੂੰ ਰੱਬ ਨਹੀਂ ਦਿਸਦਾ, ਲੋਕਾਂ ਨੂੰ ਦੇਵੀ ਦੇਵਤੇ ਦਿਸਦੇ ਸਨ, ਤੇ ਇਸ ਕਰਕੇ ਉਹਨਾਂ ਨੇ ਦੇਵੀ ਦੇਵਤੇ ਨੂੰ ਮੰਨ ਲਿਆ। ਪਰ ਗੁਰੂ ਜੀ ਇਸ ਗੱਲ ਨਾਲ ਸਹਿਮਤ ਨਹੀਂ ਹੋਏ। ਜੋਗੀ ਜਨੋ ਆਦੇਸ਼ ਤਿਸੈ ਆਦੇਸ਼, ਤੋ ਉਸ ਨੂੰ ਹੀ ਨਮਸਕਾਰ ਕਰੋ ਜੋ ਅਕਾਲ ਪੁਰਖ ਹੈ, ਜੋ ਆਦਿ ਅਨੀਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ਼, ਜੋ ਸਭ ਦਾ ਮੁੱਢ ਹੈ, ਜੋ ਪਵਿੱਤਰ ਸਰੂਪ ਹੈ, ਜਿਸ ਦਾ ਮੁੱਢ ਕੋਈ ਲੱਭ ਨਹੀਂ ਸਕਦਾ, ਜੋ ਅਵਿਨਾਸ਼ੀ ਹੈ, ਜੋ ਸਦਾ ਹੀ ਬਦਲਦਾ ਨਹੀਂ, ਸਦਾ ਹੀ ਇੱਕੋ ਰੂਪ ਵਿੱਚ ਰਹਿੰਦਾ ਹੈ। ਆਸਣ ਲੋਏ ਲੋਏ ਭੰਡਾਰ, ਤੋ ਆਸਣ ਤੋਂ ਭਾਵ ਹੈ ਟਿਕਾਣਾ। ਅਕਾਲ ਪੁਰਖ ਦੇ ਜਿਹੜੇ ਭੰਡਾਰ ਹਨ ਉਹਨਾਂ ਦਾ ਜਿਹੜਾ ਆਸਣ ਹੈ ਭਾਵ ਟਿਕਾਣਾ ਹੈ, ਉਹ ਹਰੇਕ ਹੀ ਭਵਨ ਵਿੱਚ ਹੈ, ਭਾਵ ਸਾਰੀ ਦੁਨੀਆ ਵਿੱਚ ਉਸ ਨੇ ਆਪਣੇ ਭੰਡਾਰ ਜਿਹੜੇ ਆ ਉਹ ਟਿਕਾਏ ਹੋਏ ਹਨ। ਜੋ ਕਿਛ ਪਾਇਆ ਸੋ ਇੱਕ ਵਾਰ, ਤੋ ਪ੍ਰਭੂ ਨੇ ਜੋ ਕੁਛ ਪਾਇਆ ਹੈ ਉਹਨਾਂ ਭੰਡਾਰਿਆਂ ਵਿੱਚ ਉਹ
ਪਾ ਦਿੱਤਾ ਹੈ, ਭਾਵ ਉਹ ਅਖੁੱਟ ਹਨ, ਭੰਡਾਰੇ ਉਸਦੇ ਭਰੇ ਹੋਏ ਹਨ। ਕਰ ਕਰ ਵੇਖੈ ਸਿਰਜਣਹਾਰ, ਸੰਸਾਰ ਨੂੰ ਪੈਦਾ ਕਰਕੇ ਉਹ ਅਕਾਲ ਪੁਰਖ ਆਪ ਹੀ ਇਹਦੀ ਸੰਭਾਲ ਕਰ ਰਿਹਾ ਹੈ। ਇਹ ਕੋਈ ਵੱਖਰੇ ਦੇਵੀ ਦੇਵਤੇ ਨਹੀਂ ਹਨ ਜਿਹੜੇ ਕੋਈ ਪੈਦਾ ਕਰਨ ਵਾਲੇ ਜਾਂ ਰਿਜ਼ਕ ਦੇਣ ਵਾਲੇ ਜਾਂ ਮਾਰਨ ਵਾਲੇ ਹਨ। ਸਤਿਗੁਰੂ ਜੀ ਕਹਿੰਦੇ ਹਨ ਉਹੀ ਅਕਾਲ ਪੁਰਖ ਹੈ, ਇੱਕੋ ਹੀ ਹੈ ਜਿਹੜਾ ਕਿ ਸੰਸਾਰ ਪੈਦਾ ਕਰਕੇ ਇਸ ਦੀ ਸੰਭਾਲ ਵੀ ਕਰ ਰਿਹਾ ਹੈ, ਦੇਖ ਵੀ ਰਿਹਾ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਇਹ ਨਾਨਕ ਆਖ ਕਿ ਉਹ ਆਪ ਸੱਚਾ ਹੈ ਤੇ ਉਹਦੀ ਕਾਰ ਜਿਹੜੀ ਹੈ ਸੰਸਾਰ ਨੂੰ ਚਲਾਉਣ ਵਾਲੀ ਜਿਹੜੀ ਆ ਇਹ ਵੀ ਸੱਚੀ ਪਾਵੇ, ਵੀ ਅਟਲ ਹੈ, ਕਿਉਂਕਿ ਇਹਦੇ ਨਿਯਮ ਅਟਲ ਹਨ। ਸੰਸਾਰ ਦੇ ਜਿਹੜੇ ਕੁਦਰਤ ਦੇ ਨਿਯਮ ਹਨ ਇਹ ਅਟਲ ਹਨ, ਇਹਨਾਂ ਨੂੰ ਕੋਈ ਬਦਲ ਨਹੀਂ ਸਕਦਾ। ਆਦੇਸ਼ ਤਿਸੈ ਆਦੇਸ਼, ਇਹ ਜੋਗੀ ਜਨੋ ਜੇ ਆਦੇਸ਼ ਕਰਨੀ ਹੈ, ਨਮਸਕਾਰ ਕਰਨੀ ਹੈ, ਉਸੇ ਤਿਸੈ ਭਾਵ ਅਕਾਲ ਪੁਰਖ ਨੂੰ ਕਰੋ, ਕਰਤਾ ਪੁਰਖ ਨੂੰ ਕਰੋ ਜੋ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਆਦਿ ਅਨੀਲ ਅਨਾਦਿ ਅਨਾਹਤ, ਜੋ ਸਭ ਦਾ ਮੁੱਢ ਹੈ, ਜੋ ਪਵਿੱਤਰ ਸਰੂਪ ਹੈ, ਜਿਸ ਦਾ ਮੁੱਢ ਕੋਈ ਲੱਭ ਨਹੀਂ ਸਕਦਾ, ਜੋ ਅਵਿਨਾਸ਼ੀ ਹੈ ਅਤੇ ਸਦਾ ਹੀ ਇੱਕੋ ਹੀ ਵੇਸ਼ ਵਿੱਚ ਹੈ, ਇੱਕੋ ਹੀ ਸਰੂਪ ਵਿੱਚ ਹੈ। ਇੱਕ ਦੂ ਜੀਭੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ਼। ਇੱਕ ਜੀਵ ਇਹ ਪ੍ਰਾਣੀ ਨੂੰ ਮਿਲੀ ਹੈ, ਜੇ ਇੱਕ ਜੀਵ ਤੋਂ ਕੋਈ ਲੱਖ ਜੀਭਾਂ ਵੀ ਕਿਸੇ ਦੀਆਂ ਹੋ ਜਾਣ, ਲੱਖ ਹੋਵੇ ਲੱਖ ਵੀਸ਼, ਤੇ ਫਿਰ ਲੱਖ ਜੀਵ ਤੋਂ 20 ਲੱਖ ਵੀ ਬਣ ਜਾਣ, ਤੇ ਇਹ 20 ਲੱਖ ਜੀਭਾਂ ਨਾਲ ਫਿਰ ਕੀ ਹੋਵੇ, ਲੱਖ ਲੱਖ ਗੇੜਾ ਆਖੀਆਂ। ਤੇ ਉਹ ਏਕ ਨਾਮ ਜਗਦੀਸ਼, ਜਗਦੀਸ਼ ਦਾ ਇੱਕ ਨਾਮ, ਕਰਤਾ ਪੁਰਖ ਦਾ ਇੱਕ ਨਾਮ ਜਿਹੜਾ ਹੈ ਉਹ ਫਿਰ ਲੱਖ ਲੱਖ ਵਾਰੀ ਵੀ ਭਾਵੇਂ ਆਖਿਆ ਜਾਵੇ ਤਾਂ ਵੀ ਗੱਲ ਨਹੀਂ ਬਣਦੀ, ਤਾਂ ਵੀ ਇਹ ਜੋ ਕੂੜਾ ਮਨੁੱਖ ਹੈ ਉਹਦੀ ਕੂੜੀ ਹੀ ਠੀਸ ਹੈ। ਭਾਵ ਇਹ ਗਿਣਤੀ ਮਿਣਤੀ ਦੇ ਜਿਹੜੇ ਜਾਪ ਹਨ ਇਹ ਕੰਮ ਨਹੀਂ ਆਉਂਦੇ। ਰੱਬ ਦੀ ਭਾਸ਼ਾ ਤਾਂ ਪ੍ਰੇਮ ਹੈ। ਇਹ ਤੋ ਰਾਹ ਪਤੀ ਪਵੜੀਆਂ, ਇਹ ਤਾਂ ਰਸਤਾ ਇਦਾਂ ਦਾ ਹੈ, ਪਤੀ ਨੂੰ ਮਿਲਣ ਵਾਲੀਆਂ ਪੌੜੀਆਂ ਇਦਾਂ ਦੀਆਂ ਹਨ, ਇਹ ਗਿਣਤੀ ਮਿਣਤੀ ਦੇ ਜਾਪਾਂ ਨਾਲ ਨਹੀਂ ਚੱਲਦੀਆਂ, ਇਹ ਚੜੀਆਂ ਜਾ ਸਕਦੀਆਂ। ਚੜਿਆ ਹੋਏ ਇਕੀਸ਼, ਇਹ ਤਾਂ ਜੇ ਪੌੜੀਆਂ ਚੜ੍ਹਨੀਆਂ ਹੁਣ ਪਤੀ ਨੂੰ ਮਿਲਣ ਵਾਲੀਆਂ ਤਾਂ ਫਿਰ ਚੜ੍ਹੀਏ ਹੋਏ ਇਕੀਸ਼। ਇਕੀਸ਼ ਤੋਂ ਭਾਵ ਹੈ ਇੱਕ ਰੂਪ ਹੋ ਕੇ, ਉਸ ਨਾਲ ਇੱਕਮਿਕ ਹੋ ਕੇ, ਉਸ ਦੀ ਯਾਦ ਵਿੱਚ ਲੀਨ ਹੋ ਕੇ ਇਹ ਜਿਹੜੀਆਂ ਪੌੜੀਆਂ ਜਿਹੜੀਆਂ ਇਹ ਚੜ੍ਹੀਆਂ ਜਾ ਸਕਦੀਆਂ ਹਨ। ਭਾਵ ਆਪਣਾ ਹੰਕਾਰ ਗਵਾ ਕੇ ਪੌੜੀਆਂ ਚੜ੍ਹੀਆਂ ਜਾ ਸਕਦੀਆਂ ਹਨ। ਇਹ ਕੋਈ ਮਾਣ ਕਰਕੇ ਨਹੀਂ ਮੈਂ ਲੱਖ ਵਾਰੀ ਜਾਪ ਕਰ ਲਿਆ, ਲੱਖਾਂ ਜੀਵਾਂ ਨਾਲ ਫਿਰ ਲੱਖ ਲੱਖ ਵਾਰੀ ਜਾਪ ਕਰ ਲਿਆ, ਇਹ ਕੋਈ ਮਾਣ ਕੋਈ ਹੰਕਾਰ ਨਹੀਂ। ਇਸ ਹੰਕਾਰ ਨਾਲ ਨਹੀਂ ਪ੍ਰਭੂ ਨਾਲ ਕੋਈ ਮੇਲ ਹੁੰਦਾ। ਇਹ ਤਾਂ ਚੜ੍ਹਿਆ ਹੋਏ ਇਕੀਸ਼, ਆਪਣਾ ਹੰਕਾਰ ਛੱਡ ਕੇ ਇੱਕ ਰੂਪ ਹੋ ਕੇ ਪ੍ਰਭੂ ਨਾਲ ਇਹ ਫੇਰ ਇਹ ਉਸ ਨੂੰ ਮਿਲਣ ਵਾਲੀਆਂ ਪੌੜੀਆਂ ਤੇ ਚੜ੍ਹਿਆ ਜਾ ਸਕਦਾ ਹੈ। ਗਿਣਤੀ ਮਿਣਤੀ ਦੀਆਂ ਪਾਠਾਂ ਨਾਲ ਇਹ ਗੱਲ ਨਹੀਂ ਹੋ ਸਕਦੀ। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ਼, ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਆਕਾਸ਼ ਦੇ ਵਿੱਚ ਪੰਛੀ ਉੱਡ ਰਹੇ ਹਨ ਤੇ ਧਰਤੀ ਤੇ ਚੱਲਣ ਵਾਲੇ ਜਿਹੜੇ ਕੀੜੇ ਮਕੌੜੇ ਹਨ ਉਹ ਰੀਸ਼ ਕਰਨੀ ਸ਼ੁਰੂ ਕਰਨ ਕਿ ਅਸੀਂ ਵੀ ਆਕਾਸ਼ ਵਿੱਚ ਉੱਡੀਏ। ਸੋ ਗਿਣਤੀ ਮਿਣਤੀ ਦੇ ਪਾਠ ਜਿਹੜੇ ਹਨ ਇਹ ਇਸ ਤਰ੍ਹਾਂ ਹਨ ਜਿਵੇਂ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ਼ ਕਰਨੀ ਆ ਜਾਵੇ ਕਿ ਅਸੀਂ ਵੀ ਆਕਾਸ਼ ਤੇ ਅੱਪੜ ਸਕੀਏ, ਪਰ ਇੱਦਾਂ ਅੱਪੜ ਨਹੀਂ ਸਕਦੇ ਕਿਉਂਕਿ ਕੀੜੇ ਹਨ। ਸੋ ਗਿਣਤੀ ਮਿਣਤੀ ਦੇ ਪਾਠਾਂ ਦਾ ਗੁਰਮਤਿ ਵਿੱਚ ਕੋਈ ਸੰਬੰਧ ਨਹੀਂ ਹੈ। ਪ੍ਰੇਮ ਦੀ ਗੱਲ ਹੈ, ਪ੍ਰਭੂ ਨਾਲ ਇੱਕਮਿਕ ਹੋਣ ਦੀ, ਕੀਸ਼ ਆਪਾ ਪਾਪ ਤਿਆਗਣ ਦੀ ਗੱਲ ਹੈ। ਆਖਣ ਜ਼ੋਰ ਚੁੱਪੈ ਨਾ ਜ਼ੋਰ,
ਤੋ ਆਖਣ ਵਿੱਚ ਵੀ ਭਾਵ ਬੋਲਣ ਵਿੱਚ ਵੀ ਬੰਦੇ ਦੇ ਕੋਲ ਕੋਈ ਤਾਕਤ ਨਹੀਂ ਹੈ, ਤੇ ਨਾ ਹੀ ਚੁੱਪ ਰਹਿਣ ਵਿੱਚ, ਨਾ ਹੀ ਮੌਨ ਧਾਰਨ ਵਿੱਚ। ਬੋਲਣ ਵਿੱਚ ਤੇ ਮੌਨ ਧਾਰਨ ਵਿੱਚ ਸਾਡਾ ਕੋਈ ਆਪਣਾ ਕੋਈ ਜ਼ੋਰ ਨਹੀਂ ਹੈ। ਪ੍ਰਭੂ ਨੂੰ ਸਮਝਣ ਵਾਸਤੇ ਜ਼ੋਰ ਨਾ ਮੰਗਣੀ ਦੇਣ ਨਾ ਜ਼ੋਰ, ਤੇ ਮੰਗਣ ਵਿੱਚ ਵੀ ਸਾਡੀ ਮਨ ਮਰਜ਼ੀ ਨਹੀਂ ਚੱਲਦੀ, ਤੇ ਨਾ ਹੀ ਦੇਣ ਵਿੱਚ ਸਾਡੀ ਕੋਈ ਆਪਣੀ ਮਨ ਮਰਜ਼ੀ ਚੱਲਦੀ ਹੈ। ਜ਼ੋਰ ਨਾ ਜੀਵਣੇ ਮਰਣੇ ਨਾ ਜ਼ੋਰ, ਤੇ ਨਾ ਹੀ ਜੀਵਨ ਵਿੱਚ ਤੇ ਨਾ ਹੀ ਮਰਨ ਵਿੱਚ ਸਾਡੀ ਕੋਈ ਆਪਣੀ ਸਮਰੱਥਾ ਕੰਮ ਦਿੰਦੀ ਹੈ। ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਤੋ ਰਾਜ ਮਾਲ ਪ੍ਰਾਪਤ ਕਰਨ ਵਿੱਚ ਵੀ ਸਾਡਾ ਕੋਈ ਆਪਣਾ ਜ਼ੋਰ ਨਹੀਂ ਚੱਲਦਾ। ਜਿਸ ਰਾਜ ਮਾਲ ਦੇ ਕਾਰਨ ਮਨ ਵਿੱਚ ਸ਼ੋਰ ਪੈਦਾ ਹੋਵੇ, ਮਨ 'ਚ ਫੂੰ ਫਾਂ ਜਿਹੜੀ ਉਹ ਪੈਦਾ ਹੁੰਦੀ ਹੋਵੇ, ਇਹਦੇ ਵਿੱਚ ਵੀ ਬੰਦੇ ਦਾ ਕੋਈ ਆਪਣਾ ਜ਼ੋਰ ਨਹੀਂ ਹੈ। ਜ਼ੋਰ ਨ ਸੁਰਤੀ ਗਿਆਨ ਵਿਚਾਰੀ, ਤੋ ਬੰਦੇ ਦਾ ਜ਼ੋਰ ਨਹੀਂ ਚੱਲਦਾ ਕਿ ਉਹ ਆਪਣੀ ਸੁਰਤੀ ਜਿਹੜੀ ਹੈ ਭਾਵ ਆਤਮਿਕ ਜਾਗ ਜਿਹੜੀ ਹੈ ਇਹਨੂੰ ਉੱਚੀ ਕਰ ਲਵੇ। ਗਿਆਨ ਵਿੱਚ ਤੇ ਵਿਚਾਰ ਵਿੱਚ, ਆਤਮਿਕ ਜਾਗ ਵਿੱਚ ਬੰਦੇ ਦੀ ਕੋਈ ਸਮਰੱਥਾ ਨਹੀਂ ਹੈ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਤੇ ਉਹ ਜੁਗਤੀ ਜਿਹੜੀ ਹੈ ਉਹਦੇ ਵਾਸਤੇ ਵੀ ਬੰਦੇ ਕੋਲ ਕੋਈ ਮਨ ਮਰਜ਼ੀ ਨਹੀਂ ਹੈ, ਜਿਸ ਕਰਕੇ ਜਨਮ ਮਰਨ ਜਿਹੜਾ ਹੈ ਉਹ ਮੁੱਕ ਜਾਏ। ਜਿਸ ਵਕਤ ਜ਼ੋਰ ਕਰ ਵੇਖੈ ਸੋਏ, ਤੋ ਉਹ ਅਕਾਲ ਪੁਰਖ ਐਸਾ ਹੈ, ਉਸ ਦੇ ਹੱਥ ਵਿੱਚ ਸਮਰੱਥਾ ਹੈ, ਤਾਕਤ ਹੈ। ਕਰ ਵੇਖੈ ਸੋਏ, ਉਹ ਹੀ ਸਾਰਾ ਕੁਝ ਕਰ ਕਰਕੇ ਵੇਖਦਾ ਹੈ, ਉਹ ਦੁਨੀਆ ਨੂੰ ਚਲਾ ਰਿਹਾ ਹੈ। ਹਰ ਇੱਕ ਪਾਸੇ ਉਸ ਦਾ ਹੀ ਜ਼ੋਰ ਚੱਲਦਾ ਹੈ, ਬੰਦੇ ਦਾ ਜ਼ੋਰ ਨਹੀਂ ਚੱਲਦਾ, ਕਿਉਂਕਿ ਉਸ ਦੇ ਬਣਾਏ ਹੋਏ ਨਿਯਮ ਹਨ ਜਿਹੜੇ ਉਹ ਟਲ ਹਨ, ਬੰਦਾ ਉਹਨਾਂ ਨੂੰ ਉਲਟਾ ਨਹੀਂ ਸਕਦਾ। ਨਾਨਕ ਉੱਤਮ ਨੀਚ ਨਾ ਕੋਈ, ਇਹ ਨਾਨਕ ਆਖ ਆਪਣੇ ਵਿੱਚ ਨਾ ਕੋਈ ਮਨੁੱਖ ਜਿਹੜਾ ਉੱਤਮ ਹੈ, ਤੇ ਨਾ ਕੋਈ ਆਪਣੇ ਆਪ ਵਿੱਚ ਨੀਚ ਹੈ। ਭਾਵ ਜੀਵਾਂ ਨੂੰ ਗੁਣ ਤੇ ਔਗੁਣ ਵਿੱਚ ਲਾਉਣ ਵਾਲਾ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਉਣ ਵਾਲਾ, ਇਹ ਉਹਦਾ ਆਪਣਾ ਨਿਯਮ ਹੈ। ਜਿਹੜਾ ਨਿਯਮ ਵਿੱਚ ਚੱਲਦਾ ਹੈ ਉਹ ਸਦਾਚਾਰੀ ਬਣ ਜਾਂਦਾ ਹੈ, ਜਿਹੜਾ ਉਸਦੇ ਨਿਯਮਾਂ ਤੋਂ ਉਲਟ ਚੱਲਦਾ ਹੈ ਉਹ ਦੁਰਾਚਾਰੀ ਬਣ ਜਾਂਦਾ ਹੈ। ਤੇ ਇਸ ਤਰ੍ਹਾਂ ਨਾਨਕ ਉੱਤਮ ਨੀਚ ਨਾ ਕੋਈ, ਆਪਣੇ ਜ਼ੋਰ ਨਾਲ ਕੋਈ ਨਹੀਂ। ਰਾਤੀ ਰੁੱਤੀ ਥਿਤੀ ਵਾਰ, ਰਾਤਾਂ ਰੁੱਤਾਂ ਚੰਦਰਮਾ ਦੇ ਅਨੁਸਾਰ ਥਿਤੀਆਂ ਅਤੇ ਸੂਰਜ ਦੇ ਅਨੁਸਾਰ ਦਿਨ, ਪਵਨ ਪਾਣੀ ਅਗਨੀ ਪਾਤਾਲ, ਹਵਾ ਪਾਣੀ ਅੱਗ ਪਤਾਲ, ਭਾਵ ਨੀਵੀਆਂ ਧਰਤੀਆਂ ਨੀਵੀਆਂ ਥਾਵਾਂ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਸ ਸਾਰਿਆਂ ਦੇ ਇਕੱਠ ਵਿੱਚ ਅਕਾਲ ਪੁਰਖ ਨੇ ਧਰਤੀ ਨੂੰ ਧਰਮਸ਼ਾਲਾ ਬਣਾ ਕੇ ਟਿਕਾ ਦਿੱਤਾ ਹੈ। ਧਰਮ ਕਮਾਉਣ ਦੀ ਥਾਂ, ਭਾਵ ਆਪਣਾ ਫਰਜ਼ ਜੀਵਨ ਦਾ ਸਮਝਣ ਦੀ ਥਾਂ ਬਣਾ ਕੇ ਟਿਕਾ ਦਿੱਤਾ ਹੈ ਧਰਤੀ ਨੂੰ। ਜਿਸ ਵਿੱਚ ਜੀ ਜੁਗਤੀ ਕੇ ਰੰਗ, ਤੋਂ ਇੱਥੇ ਧਰਤੀ ਉੱਤੇ ਉਸਨੇ ਅਨੇਕਾਂ ਹੀ ਜੁਗਤੀਆਂ ਤੇ ਰੰਗਾਂ ਵਾਲੇ ਜੀਵ ਜੰਤੂ ਪੈਦਾ ਕੀਤੇ ਹਨ। ਤਿਨਕੇ ਨਾਮ ਅਨੇਕ ਅਨੰਤ, ਤੇ ਇਹਨਾਂ ਜੀਆਂ ਜੰਤੂਆਂ ਦੇ ਨਾਮ ਅਨੇਕਾਂ ਹੀ ਹਨ, ਅਨੰਤ ਹਨ। ਕਰਮੀ ਕਰਮੀ ਹੋਏ ਵਿਚਾਰ, ਤੋ ਜੋ ਵੀ ਜੀਵ ਆਪੋ ਆਪਣਾ ਕਰਮ ਕਰਦੇ ਹਨ ਉਹਨਾਂ ਅਨੁਸਾਰ ਹੀ
ਵਿਚਾਰ ਹੁੰਦੀ ਹੈ ਕਿ ਜੀਵ ਨੂੰ ਕਿਹੜਾ ਫਲ ਮਿਲੇਗਾ। ਕੁਦਰਤ ਦੇ ਬਣਾਏ ਨਿਯਮਾਂ ਅਨੁਸਾਰ ਜਦੋਂ ਜੀਵ ਚੱਲਦਾ ਹੈ ਉਸ ਦਾ ਫਲ ਚੰਗਾ ਹੈ, ਜੋ ਕੁਦਰਤ ਦੇ ਬਣਾਏ ਨਿਯਮਾਂ ਦੇ ਉਲਟ ਚੱਲਦਾ ਹੈ ਉਸ ਦਾ ਫਲ ਜਿਹੜਾ ਹੈ ਉਹ ਮਾੜਾ ਹੈ, ਮੰਦਾ ਹੈ। ਤੋ ਇਸ ਤਰ੍ਹਾਂ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਹੀ ਸੱਚਾ ਦਰਬਾਰ। ਤੋ ਆਪ ਵੀ ਉਹ ਸੱਚਾ ਹੈ ਤੇ ਉਹਦਾ ਦਰਬਾਰ ਭਾਵ ਉਹਦਾ ਜਿਹੜਾ ਇਨਸਾਫ ਹੈ, ਨਿਆਂ ਹੈ, ਉਹ ਵੀ ਸੱਚਾ ਹੈ, ਕਰਮਾਂ 'ਤੇ ਆਧਾਰਿਤ ਹੁੰਦਾ ਹੈ, ਅਟਲ ਨਿਯਮਾਂ ਦੇ ਉੱਤੇ ਆਧਾਰਿਤ ਹੁੰਦਾ ਹੈ। ਤਿੱਥੈ ਸੋਹਨ ਪੰਚ ਪਰਵਾਨ। ਤੋ ਉਸ ਦੀ ਬਣਾਈ ਜੋ ਸ੍ਰਿਸ਼ਟੀ ਹੈ ਇਹਦੇ ਵਿੱਚ ਸ਼ੋਭਦੇ ਹਨ ਪੰਚ ਪ੍ਰਵਾਨ, ਮੰਨੇ ਪ੍ਰਮਾਨੇ, ਜਿਹੜੇ ਪੰਚ ਬਣ ਗਏ ਹਨ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣਿਆ ਹੈ, ਕਮਾਇਆ ਹੈ, ਮੰਨਿਆ ਹੈ, ਉਹ ਸ਼ੋਭਾ ਦਿੰਦੇ ਹਨ। ਨਦਰੀ ਕਰਮੀ ਪਵੈ ਨਿਸ਼ਾਨ। ਤੋ ਈਸ਼ਵਰ ਦੀ ਬਖਸ਼ਿਸ਼ ਹੁੰਦੀ ਹੈ, ਪ੍ਰਭੂ ਦੀ, ਤੇ ਉਸ ਦੇ ਮਿਹਰ ਨਾਲ ਉਹਨਾਂ ਦੇ ਮੱਥੇ ਉੱਤੇ ਵਡਿਆਈ ਦਾ ਨਿਸ਼ਾਨ ਜਿਹੜਾ ਉਹ ਚਮਕਦਾ ਹੈ। ਕੱਚ ਪਕਾਈ ਉਥੈ ਪਾਏ। ਤੋ ਕੌਣ ਕੱਚਾ ਹੈ ਕੌਣ ਪੱਕਾ ਹੈ ਇਹ ਤਾਂ ਤੁਰਨ ਵੇਲੇ ਪਤਾ ਲੱਗਦਾ ਹੈ। ਨਾਨਕ ਗਿਆ ਜਾਪੈ ਜਾਏ। ਤੋ ਉਹਦੇ ਦਰ ਦੇ ਉੱਤੇ ਜਾ ਕੇ ਗਿਆ ਜਾਪੈ ਜਾਏ, ਉਹਦੇ ਦਰ ਦੇ ਉੱਤੇ ਜਾ ਕੇ ਭਾਵ ਹੈ ਸੰਸਾਰ ਤੋਂ ਜਦੋਂ ਪ੍ਰਾਣੀ ਚੱਲਦਾ ਹੈ ਉਦੋਂ ਪਤਾ ਲੱਗਦਾ ਹੈ ਕਿ ਕੌਣ ਇੱਥੇ ਕੱਚਾ ਰਿਹਾ ਕੌਣ ਪੱਕਾ ਰਿਹਾ, ਭਾਵ ਕਿਹੜਾ ਰੱਬੀ ਨਿਯਮਾਂ ਅਨੁਸਾਰ ਚੱਲ ਕੇ ਆਪਣਾ ਜੀਵਨ ਬਣਾ ਗਿਆ, ਕਿਹੜਾ ਰੱਬੀ ਨਿਯਮਾਂ ਦੇ ਉਲਟ ਚੱਲ ਕੇ ਆਪਣਾ ਜੀਵਨ ਬਰਬਾਦ ਕਰ ਗਿਆ। ਇਹ ਤਾਂ ਤੁਰਨ ਵੇਲੇ ਪਤਾ ਲੱਗਦਾ ਹੈ, ਕਿਉਂਕਿ ਸੰਸਾਰ ਜਿਹੜਾ ਹੈ ਉਹ ਉਸ ਮੁਤਾਬਕ ਸ਼ੋਭਾ ਕਰਦਾ ਹੈ, ਵਡੇਅ ਕਰਦਾ ਹੈ। ਧਰਮ ਖੰਡ ਕਾ ਇਹ ਹੋ ਧਰਮ। ਤੋ ਜੋ ਉੱਪਰ ਪੌੜੀ 'ਚ ਬਿਆਨ ਕੀਤਾ ਹੈ ਇਹ ਧਰਮ ਖੰਡ ਸੀ, ਭਾਵ ਆਪਣੇ ਜੀਵਨ ਦਾ ਜੋ ਫਰਜ਼ ਹੈ ਇਸ ਨੂੰ ਸਮਝਣ ਦਾ ਇਹ ਖੰਡ ਹੈ, ਇੱਕ ਸਮਝਣ ਦੀ ਇੱਕ ਅਵਸਥਾ ਹੈ। ਧਰਮ ਖੰਡ ਕਾ ਇਹ ਹੋ ਧਰਮ। ਸੋ ਇਹੀ ਕਰਤੱਵ ਹੈ ਧਰਮ ਖੰਡ ਦਾ ਜੋ ਉੱਪਰ ਦੱਸਿਆ ਗਿਆ ਹੈ। ਹੁਣ ਸਤਿਗੁਰੂ ਜੀ ਕਹਿੰਦੇ ਹਨ ਗਿਆਨ ਖੰਡ ਕਾ ਆਖੋ ਕਰਮ। ਦੂਜੀ ਅਵਸਥਾ ਜਿਹੜੀ ਹੈ ਉਹ ਗਿਆਨ ਖੰਡ ਵਾਲੀ ਹੈ। ਇਸ ਦਾ ਵੀ ਜ਼ਿਕਰ ਜਿਹੜਾ ਇਸ ਤਰ੍ਹਾਂ ਹੈ, ਕੇਤੇ ਪਵਨ ਪਾਣੀ ਵੈ ਸ਼ੰਤਰ, ਕੇਤੇ ਕਾਨ ਮਹੇਸ਼। ਤੋ ਇਹ ਜੋ ਗਿਆਨ ਖੰਡ ਦੀ ਅਵਸਥਾ ਹੈ ਇਹਦੇ ਵਿੱਚ ਪਤਾ ਲੱਗਦਾ ਹੈ ਕਿੰਨੀਆਂ ਹਵਾਵਾਂ, ਪਾਣੀ, ਅੱਗ, ਤੇ ਕਿੰਨੇ ਹੀ ਕ੍ਰਿਸ਼ਨ, ਕਿੰਨੇ ਹੀ ਸ਼ਿਵ, ਕ੍ਰਿਸ਼ਨ ਵਰਗੇ ਸ਼ਿਵ ਵਰਗੇ ਇਹ ਕਿੰਨੇ ਹਨ, ਕਿੰਨੀਆਂ ਅੱਗਾਂ ਹਨ। ਇਹ ਸਾਰਾ ਕੁਝ ਜਿਹੜਾ ਹੈ ਇਹ ਗਿਆਨ ਖੰਡ ਦੀ ਅਵਸਥਾ 'ਚ ਪਤਾ ਲੱਗਦਾ ਹੈ। ਕਿੰਨੇ ਬ੍ਰਹਮੇ, ਕਈ ਬ੍ਰਹਮੇ ਪੈਦਾ ਕੀਤੇ, ਤੇ ਕਈ ਕ੍ਰਿਸ਼ਨ ਤੇ ਕਈ ਸ਼ਿਵ ਹਨ। ਕੀਤੇ ਬ੍ਰਹਮੇ ਘਾੜ ਤੇ ਘੜੀਆਂ, ਰੂਪ ਰੰਗ ਕੇ ਵੇਸ਼। ਤੋ ਜਿੱਥੇ ਗਿਆਨ ਖੰਡ ਦੀ ਅਵਸਥਾ 'ਚ ਪਤਾ ਲੱਗਦਾ ਹੈ ਹਵਾਵਾਂ ਕਿੰਨੀਆਂ, ਪਾਣੀ ਕਿੰਨੇ ਪ੍ਰਕਾਰ ਦੇ, ਅੱਗਾਂ ਕਿੰਨੇ ਪ੍ਰਕਾਰ ਦੀਆਂ, ਕਿੰਨੇ ਕਿੱਥੇ ਕਾਨ ਵਰਗੇ ਪੈਦਾ ਹੋਏ, ਸ਼ਿਵ ਵਰਗੇ ਪੈਦਾ ਹੋਏ। ਤੇ ਹੁਣ ਦੱਸਦੇ ਹਨ ਕਿੰਨੇ ਹੀ ਬ੍ਰਹਮਿਆਂ ਵਰਗੇ ਪੈਦਾ ਹੋਏ। ਘਾੜ ਤੇ ਘੜੀਆਂ, ਘਾੜ ਵਿੱਚ ਘੜੇ ਜਾ ਰਹੇ ਹਨ ਬ੍ਰਹਮੇ ਵਰਗੇ। ਰੂਪ ਰੰਗ ਕੇ ਵੇਸ਼। ਤੋ ਜਿਨ੍ਹਾਂ ਦੇ ਰੂਪ ਰੰਗ ਵੇਸ਼ ਪਹਿਰਾਵੇ ਕਈ ਕਿਸਮਾਂ ਦੇ ਹਨ। ਕੇਤੀਆਂ ਕਰਮ ਭੂਮੀ, ਮੇਰ ਕੇਤੇ, ਕੇਤੇ ਤੂੰ ਉਪਦੇਸ਼। ਤੋ ਕਿੰਨੀਆਂ ਹੀ ਇੱਥੇ ਧਰਤੀਆਂ ਹਨ, ਕਰਮ ਕਮਾਉਣ ਵਾਲੀਆਂ ਧਰਤੀਆਂ ਹਨ, ਕਰਮ ਭੂਮੀ। ਮੇਰ ਕੇਤੇ, ਮੇਰੂ ਪਰਬਤ ਵਰਗੇ ਕਿੰਨੇ ਹੀ ਪਰਬਤ ਹਨ, ਪਹਾੜ ਹਨ। ਤੇ
ਧਰੂ ਭਗਤ ਵਰਗੇ ਕਿੰਨੇ ਹੀ ਹਨ ਤੇ ਕਿੰਨੇ ਹੀ ਉਹਨਾਂ ਦੇ ਉਪਦੇਸ਼ ਹਨ। ਕੇਤੇ ਇੰਦ ਚੰਦ, ਸੋ ਕਿੰਨੇ ਹੀ ਇੰਦਰ ਵਰਗੇ ਹਨ, ਕਿੰਨੇ ਹੀ ਚੰਦਰਮਾ ਹਨ। ਸੂਰ ਕੇਤੇ, ਤੇ ਸੂਰਜ ਕਿੰਨੇ ਹਨ, ਕੇਤੇ ਮੰਡਲ ਦੇਸ਼, ਅਤੇ ਕਿੰਨੇ ਹੀ ਇੱਥੇ ਭਵਨ ਚੱਕਰ ਹਨ, ਸੰਸਾਰ ਦੇ ਵੱਖ-ਵੱਖ ਜਿਹੜੇ ਉਹ ਹਿੱਸੇ ਹਨ। ਇਹ ਗਿਆਨ ਖੰਡ ਦੀ ਅਵਸਥਾ ਵਿੱਚ ਗਿਆਨ ਵਿੱਚ ਵਾਧਾ ਹੋ ਰਿਹਾ ਹੈ, ਉਹ ਗਿਆਨ ਖੰਡ ਦੀ ਅਵਸਥਾ ਹੈ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਤੋਂ ਕਿੰਨੇ ਹੀ ਸਿੱਧ, ਕਿੰਨੇ ਹੀ ਬੁੱਧ ਵਰਗੇ, ਕਿੰਨੇ ਹੀ ਨਾਥ, ਤੇ ਕਿੰਨੀਆਂ ਹੀ ਦੇਵੀਆਂ ਦੇ ਪਹਿਰਾਵੇ, ਦੇਵੀ ਵੇਸ਼, ਕਿੰਨੀਆਂ ਹੀ ਦੇਵੀਆਂ ਅਤੇ ਦੇਵੀਆਂ ਦੇ ਵੱਖ-ਵੱਖ ਪਹਿਰਾਵੇ ਹਨ। ਕੇਤੇ ਦੇਵ ਦਾਨਵ ਮੁਨੀ ਕੇਤੇ, ਤੋਂ ਕਿੰਨੇ ਹੀ ਇੱਥੇ ਦੇਵਤੇ, ਕਿੰਨੇ ਹੀ ਦੈਂਤ, ਕਿੰਨੇ ਹੀ ਮੁਨੀ ਲੋਕ। ਕੇਤੇ ਰਤਨ ਸਮੁੰਦ, ਤੇ ਕਿੰਨੇ ਹੀ ਇੱਥੇ ਸਮੁੰਦਰ ਹਨ, ਕਿੰਨੇ ਹੀ ਇੱਥੇ ਰਤਨ ਹਨ। ਤੋ ਇਹ ਸਾਰਾ ਕੁਝ ਜਿਹੜਾ ਉਹ ਗਿਆਨ ਖੰਡ ਦੀ ਅਵਸਥਾ ਵਿੱਚ ਜਾ ਕੇ ਪ੍ਰਾਣੀ ਨੂੰ ਪਤਾ ਲੱਗਦਾ ਹੈ। ਕੇਤੀਆਂ ਸੁਰਤੀ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਸੋ ਕਿੰਨੀਆਂ ਹੀ ਇੱਥੇ ਖਾਣੀਆਂ ਹਨ, ਕਿੰਨੀਆਂ ਹੀ ਬਾਣੀਆਂ ਹਨ, ਬੋਲੀਆਂ ਹਨ, ਕਿੰਨੇ ਹੀ ਇੱਥੇ ਬਾਦਸ਼ਾਹ ਹਨ, ਰਾਜੇ ਹਨ ਸੰਸਾਰ ਦੇ ਉੱਤੇ। ਇਹ ਸਾਰਾ ਕੁਝ ਗਿਆਨ ਖੰਡ ਦੀ ਅਵਸਥਾ ਵਿੱਚ ਆ ਕੇ ਪਤਾ ਲੱਗਦਾ। ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਤੋ ਕਿੰਨੀਆਂ ਹੀ ਇੱਥੇ ਸੁਰਤੀਆਂ ਲਾਉਣ ਵਾਲੇ ਲੋਕ, ਕੇਤੀਆਂ ਸੁਰਤੀ ਸੇਵਕ ਕੇਤੇ, ਕਿੰਨੇ ਹੀ ਸੇਵਕ ਹਨ। ਇਹ ਨਾਨਕ ਆਖ ਕਿ ਇਹਨਾਂ ਦਾ ਕੋਈ ਅੰਤ ਨਹੀਂ ਹੈ। ਸੰਸਾਰ ਦੀ ਰਚਨਾ ਵਿੱਚ ਕੀ ਕੁਝ ਹੈ, ਕੀ ਕੁਝ ਮਾਲਕ ਨੇ ਪੈਦਾ ਕੀਤਾ ਹੈ, ਇਹਨਾਂ ਦਾ ਕੋਈ ਅੰਤ ਨਹੀਂ ਹੈ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤੋ ਗਿਆਨ ਖੰਡ ਦੀ ਅਵਸਥਾ ਜਿਹੜੀ ਹੈ ਇਹਦੇ ਵਿੱਚ ਗਿਆਨ ਹੀ ਪ੍ਰਚੰਡ ਹੁੰਦਾ ਹੈ, ਗਿਆਨ ਦਾ ਹੀ ਪ੍ਰਤਾਪ ਹੁੰਦਾ ਹੈ, ਗਿਆਨ ਹੀ ਇੱਥੇ ਪ੍ਰਚੰਡ ਬਲਵਾਨ ਹੁੰਦਾ ਹੈ। ਤਿੱਥੈ ਨਾਦ ਵਿਨੋਦ ਕੋਡ ਆਨੰਦ, ਤੋ ਇਸ ਅਵਸਥਾ ਵਿੱਚ ਜਦੋਂ ਗਿਆਨ ਬੰਦੇ ਦਾ ਵੱਧਦਾ ਹੈ ਤੇ ਫਿਰ ਇਸ ਬੰਦੇ ਨੂੰ ਫਿਰ ਆਨੰਦ ਆਉਂਦਾ ਹੈ। ਗਿਆਨ ਪ੍ਰਾਪਤ ਕਰਕੇ ਉਸ ਨੂੰ ਆਨੰਦ ਆਉਂਦਾ ਹੈ। ਸਾਰੇ ਰਾਗ ਤਮਾਸ਼ੇ ਕੌਤਕ ਜਿਹੜੇ ਇੱਥੇ ਚੱਲ ਰਹੇ ਹਨ ਦੁਨੀਆ ਵਿੱਚ, ਤੇ ਇਹ ਸਾਰੇ ਇਹਨਾਂ ਦਾ ਸਾਰਿਆਂ ਦਾ ਗਿਆਨ ਪ੍ਰਾਪਤ ਕਰਕੇ ਗਿਆਨ ਵਿੱਚ ਵਾਧਾ ਹੁੰਦਾ ਹੈ ਤਾਂ ਬੰਦਿਆਂ ਨੂੰ ਖੁਸ਼ੀ ਹੁੰਦੀ ਹੈ, ਆਨੰਦ ਹੁੰਦਾ ਹੈ। ਸ਼ਰਮ ਖੰਡ ਕੀ ਬਾਣੀ ਰੂਪ, ਸ਼ਰਮ ਦਾ ਮਤਲਬ ਹੈ ਇੱਥੇ ਮਿਹਨਤ ਉਦਮ। ਇੱਕ ਸ਼ਰਮ ਸ਼ਬਦ ਹੁੰਦਾ ਹੈ, ਉਹਦਾ ਮਤਲਬ ਹੁੰਦਾ ਲੱਜਾ। ਇਹ ਸ਼ਰਮ ਖੰਡ ਕੀ ਬਾਣੀ ਰੂਪ, ਰਾਤੀ ਰੁੱਤੀ ਥਿੱਤੀ ਵਾਰ, ਰਾਤਾਂ ਰੁੱਤਾਂ ਚੰਦਰਮਾ ਦੇ ਅਨੁਸਾਰ ਥਿੱਤੀਆਂ ਅਤੇ ਸੂਰਜ ਦੇ ਅਨੁਸਾਰ ਦਿਨ, ਪਵਨ ਪਾਣੀ ਅਗਨੀ ਪਾਤਾਲ, ਹਵਾ ਪਾਣੀ ਅੱਗ ਪਤਾਲ, ਭਾਵ ਨੀਵੀਆਂ ਧਰਤੀਆਂ ਨੀਵੀਆਂ ਥਾਵਾਂ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਸ ਸਾਰਿਆਂ ਦੇ ਇਕੱਠ ਵਿੱਚ ਅਕਾਲ ਪੁਰਖ ਨੇ ਧਰਤੀ ਨੂੰ ਧਰਮਸ਼ਾਲਾ ਬਣਾ ਕੇ ਟਿਕਾ ਦਿੱਤਾ ਹੈ। ਧਰਮ ਕਮਾਉਣ ਦੀ ਥਾਂ, ਭਾਵ ਆਪਣਾ ਫਰਜ਼ ਜੀਵਨ ਦਾ ਸਮਝਣ ਦੀ ਥਾਂ ਬਣਾ ਕੇ ਟਿਕਾ ਦਿੱਤਾ ਹੈ ਧਰਤੀ ਨੂੰ। ਜਿਸ ਵਿੱਚ ਜੀ ਜੁਗਤੀ ਕੇ ਰੰਗ,
ਤੋ ਇੱਥੇ ਧਰਤੀ ਉੱਤੇ ਉਸਨੇ ਅਨੇਕਾਂ ਹੀ ਚੁਕਤੀਆਂ ਤੇ ਰੰਗਾਂ ਵਾਲੇ ਜੀਵ ਜੰਤੂ ਪੈਦਾ ਕੀਤੇ ਹਨ। ਤਿਨਕੇ ਨਾਮ ਅਨੇਕ ਅਨੰਤ। ਤੇ ਇਹਨਾਂ ਜੀਆਂ ਜੰਤੂਆਂ ਦੇ ਨਾਮ ਅਨੇਕਾਂ ਹੀ ਹਨ, ਅਨੰਤ ਹਨ। ਕਰਮੀ ਕਰਮੀ ਹੋਏ ਵਿਚਾਰ। ਤੋ ਜੋ ਵੀ ਜੀਵ ਆਪੋ ਆਪਣਾ ਕਰਮ ਕਰਦੇ ਹਨ, ਉਹਨਾਂ ਅਨੁਸਾਰ ਹੀ ਵਿਚਾਰ ਹੁੰਦੀ ਹੈ ਕਿ ਜੀਵ ਨੂੰ ਕਿਹੜਾ ਫਲ ਮਿਲੇਗਾ। ਕੁਦਰਤ ਦੇ ਬਣਾਏ ਨਿਯਮਾਂ ਅਨੁਸਾਰ ਜਦੋਂ ਜੀਵ ਚੱਲਦਾ ਹੈ ਉਸ ਦਾ ਫਲ ਚੰਗਾ ਹੈ। ਜੋ ਕੁਦਰਤ ਦੇ ਬਣਾਏ ਨਿਯਮਾਂ ਦੇ ਉਲਟ ਚੱਲਦਾ ਹੈ ਉਸ ਦਾ ਫਲ ਜਿਹੜਾ ਹੈ ਉਹ ਮਾੜਾ ਹੈ, ਮੰਦਾ ਹੈ। ਤੋ ਇਸ ਤਰ੍ਹਾਂ ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਹੀ ਸੱਚਾ ਦਰਬਾਰ। ਤੋ ਆਪ ਵੀ ਉਹ ਸੱਚਾ ਹੈ ਤੇ ਉਹਦਾ ਦਰਬਾਰ ਭਾਵ ਉਹਦਾ ਜਿਹੜਾ ਇਨਸਾਫ ਹੈ, ਨਿਆਂ ਹੈ, ਉਹ ਵੀ ਸੱਚਾ ਹੈ, ਕਰਮਾਂ ਤੇ ਆਧਾਰਿਤ ਹੁੰਦਾ ਹੈ, ਅਟਲ ਨਿਯਮਾਂ ਤੇ ਉੱਤੇ ਆਧਾਰਿਤ ਹੁੰਦਾ ਹੈ। ਤਿੱਥੈ ਸੋਹਨ ਪੰਚ ਪਰਵਾਨ। ਤੋ ਉਸ ਦੀ ਬਣਾਈ ਜੋ ਸ੍ਰਿਸ਼ਟੀ ਹੈ ਇਹਦੇ ਵਿੱਚ ਸ਼ੋਭਦੇ ਹਨ ਪੰਚ ਪ੍ਰਵਾਨ, ਮੰਨੇ ਪ੍ਰਮਾਨੇ, ਜਿਹੜੇ ਪੰਚ ਬਣ ਗਏ ਹਨ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣਿਆ ਹੈ, ਕਮਾਇਆ ਹੈ, ਮੰਨਿਆ ਹੈ, ਉਹ ਸ਼ੋਭਾ ਦਿੰਦੇ ਹਨ। ਨਦਰੀ ਕਰਮੀ ਪਵੈ ਨਿਸ਼ਾਨ। ਤੋ ਈਸ਼ਵਰ ਦੀ ਬਖਸ਼ਿਸ਼ ਹੁੰਦੀ ਹੈ, ਪ੍ਰਭੂ ਦੀ, ਤੇ ਉਸ ਦੇ ਮਿਹਰ ਨਾਲ ਉਹਨਾਂ ਦੇ ਮੱਥੇ ਉੱਤੇ ਵਡਿਆਈ ਦਾ ਨਿਸ਼ਾਨ ਜਿਹੜਾ ਉਹ ਚਮਕਦਾ ਹੈ। ਕੱਚ ਪਕਾਈ ਉਥੈ ਪਾਏ। ਤੋ ਕੌਣ ਕੱਚਾ ਹੈ ਕੌਣ ਪੱਕਾ ਹੈ ਇਹ ਤਾਂ ਤੁਰਨ ਵੇਲੇ ਪਤਾ ਲੱਗਦਾ ਹੈ। ਨਾਨਕ ਗਿਆ ਜਾਪੈ ਜਾਏ। ਤੋ ਉਹਦੇ ਦਰ ਦੇ ਉੱਤੇ ਜਾ ਕੇ ਗਿਆ ਜਾਪੈ ਜਾਏ, ਉਹਦੇ ਦਰ ਦੇ ਉੱਤੇ ਜਾ ਕੇ ਭਾਵ ਹੈ ਸੰਸਾਰ ਤੋਂ ਜਦੋਂ ਪ੍ਰਾਣੀ ਚੱਲਦਾ ਹੈ ਉਦੋਂ ਪਤਾ ਲੱਗਦਾ ਹੈ ਕਿ ਕੌਣ ਇੱਥੇ ਕੱਚਾ ਰਿਹਾ ਕੌਣ ਪੱਕਾ ਰਿਹਾ, ਭਾਵ ਕਿਹੜਾ ਰੱਬੀ ਨਿਯਮਾਂ ਅਨੁਸਾਰ ਚੱਲ ਕੇ ਆਪਣਾ ਜੀਵਨ ਬਣਾ ਗਿਆ, ਕਿਹੜਾ ਰੱਬੀ ਨਿਯਮਾਂ ਦੇ ਉਲਟ ਚੱਲ ਕੇ ਆਪਣਾ ਜੀਵਨ ਬਰਬਾਦ ਕਰ ਗਿਆ। ਇਹ ਤਾਂ ਤੁਰਨ ਵੇਲੇ ਪਤਾ ਲੱਗਦਾ ਹੈ, ਕਿਉਂਕਿ ਸੰਸਾਰ ਜਿਹੜਾ ਹੈ ਉਹ ਉਸ ਮੁਤਾਬਕ ਸ਼ੋਭਾ ਕਰਦਾ ਹੈ, ਵਡੇਅ ਕਰਦਾ ਹੈ। ਧਰਮ ਖੰਡ ਕਾ ਇਹ ਹੋ ਧਰਮ। ਤੋ ਜੋ ਉੱਪਰ ਪੌੜੀ 'ਚ ਬਿਆਨ ਕੀਤਾ ਹੈ ਇਹ ਧਰਮ ਖੰਡ ਸੀ, ਭਾਵ ਆਪਣੇ ਜੀਵਨ ਦਾ ਜੋ ਫਰਜ਼ ਹੈ ਇਸ ਨੂੰ ਸਮਝਣ ਦਾ ਇਹ ਖੰਡ ਹੈ, ਇੱਕ ਸਮਝਣ ਦੀ ਇੱਕ ਅਵਸਥਾ ਹੈ। ਧਰਮ ਖੰਡ ਕਾ ਇਹ ਹੋ ਧਰਮ। ਸੋ ਇਹੀ ਕਰਤੱਵ ਹੈ ਧਰਮ ਖੰਡ ਦਾ ਜੋ ਉੱਪਰ ਦੱਸਿਆ ਗਿਆ ਹੈ। ਹੁਣ ਸਤਿਗੁਰੂ ਜੀ ਕਹਿੰਦੇ ਹਨ ਗਿਆਨ ਖੰਡ ਕਾ ਆਖੋ ਕਰਮ। ਦੂਜੀ ਅਵਸਥਾ ਜਿਹੜੀ ਹੈ ਉਹ ਗਿਆਨ ਖੰਡ ਵਾਲੀ ਹੈ। ਇਸ ਦਾ ਵੀ ਜ਼ਿਕਰ ਜਿਹੜਾ ਇਸ ਤਰ੍ਹਾਂ ਹੈ, ਕੇਤੇ ਪਵਨ ਪਾਣੀ ਵੈ ਸ਼ੰਤਰ, ਕੇਤੇ ਕਾਨ ਮਹੇਸ਼। ਤੋ ਇਹ ਜੋ ਗਿਆਨ ਖੰਡ ਦੀ ਅਵਸਥਾ ਹੈ ਇਹਦੇ ਵਿੱਚ ਪਤਾ ਲੱਗਦਾ ਹੈ ਕਿੰਨੀਆਂ ਹਵਾਵਾਂ, ਪਾਣੀ, ਅੱਗ ਤੇ ਕਿੰਨੇ ਹੀ ਕ੍ਰਿਸ਼ਨ, ਕਿੰਨੇ ਹੀ ਸ਼ਿਵ, ਕ੍ਰਿਸ਼ਨ ਵਰਗੇ ਸ਼ਿਵ ਵਰਗੇ ਇਹ ਕਿੰਨੇ ਹਨ, ਕਿੰਨੀਆਂ ਅੱਗਾਂ ਹਨ। ਇਹ ਸਾਰਾ ਕੁਝ ਜਿਹੜਾ ਹੈ ਇਹ ਗਿਆਨ ਖੰਡ ਦੀ ਅਵਸਥਾ 'ਚ ਪਤਾ ਲੱਗਦਾ ਹੈ। ਕਿੰਨੇ ਬ੍ਰਹਮੇ, ਕਈ ਬ੍ਰਹਮੇ ਪੈਦਾ ਕੀਤੇ ਤੇ ਕਈ ਕ੍ਰਿਸ਼ਨ ਤੇ ਕਈ ਸ਼ਿਵ ਹਨ। ਕੀਤੇ ਬ੍ਰਹਮੇ ਘਾੜਿਤ ਘੜੀਆਂ ਰੂਪ ਰੰਗ ਕੇ ਵੇਸ਼। ਤੋ ਜਿੱਥੇ ਗਿਆਨ ਖੰਡ ਦੀ ਅਵਸਥਾ 'ਚ ਪਤਾ ਲੱਗਦਾ ਹੈ ਹਵਾਵਾਂ ਕਿੰਨੀਆਂ, ਪਾਣੀ ਕਿੰਨੇ ਪ੍ਰਕਾਰ ਦੇ, ਅੱਗਾਂ ਕਿੰਨੇ ਪ੍ਰਕਾਰ ਦੀਆਂ, ਕਿੰਨੇ ਕਿੱਥੇ ਕਾਨ ਵਰਗੇ ਪੈਦਾ ਹੋਏ, ਸ਼ਿਵ ਵਰਗੇ ਪੈਦਾ ਹੋਏ। ਤੇ ਹੁਣ ਦੱਸਦੇ ਹਨ ਕਿੰਨੇ ਹੀ ਬ੍ਰਹਮਿਆਂ ਵਰਗੇ ਪੈਦਾ ਹੋਏ। ਘਾੜ ਤੇ ਘੜੀਆਂ, ਘਾੜਤ ਵਿੱਚ ਘੜੇ ਜਾ ਰਹੇ ਹਨ ਬ੍ਰਹਮੇ ਵਰਗੇ। ਰੂਪ ਰੰਗ ਕੇ ਵੇਸ਼। ਤੋ ਜਿਨ੍ਹਾਂ ਦੇ ਰੂਪ ਰੰਗ
ਵੇਸ਼ ਪਹਿਰਾਵੇ ਕਈ ਕਿਸਮਾਂ ਦੇ ਹਨ। ਕੇਤੀਆਂ ਕਰਮ ਭੂਮੀ ਮੇਰ ਕੀਤੇ, ਕੀਤੇ ਤੂੰ ਉਪਦੇਸ਼। ਤੋ ਕਿੰਨੀਆਂ ਹੀ ਇੱਥੇ ਧਰਤੀਆਂ ਹਨ, ਕਰਮ ਕਮਾਉਣ ਵਾਲੀਆਂ ਧਰਤੀਆਂ ਹਨ, ਕਰਮ ਭੂਮੀ। ਮੇਰ ਕੀਤੇ, ਮੇਰੂ ਪਰਬਤ ਵਰਗੇ ਕਿੰਨੇ ਹੀ ਪਰਬਤ ਹਨ, ਪਹਾੜ ਹਨ। ਤੇ ਧਰੂਵ ਭਗਤ ਵਰਗੇ ਕਿੰਨੇ ਹੀ ਹਨ, ਤੇ ਕਿੰਨੇ ਹੀ ਉਹਨਾਂ ਦੇ ਉਪਦੇਸ਼ ਹਨ। ਕੀਤੇ ਇੰਦ ਚੰਦ, ਸੋ ਕਿੰਨੇ ਹੀ ਇੰਦਰ ਵਰਗੇ ਹਨ, ਕਿੰਨੇ ਹੀ ਚੰਦਰਮਾ ਹਨ। ਸੂਰ ਕੀਤੇ, ਤੇ ਸੂਰਜ ਕਿੰਨੇ ਹਨ, ਕੀਤੇ ਮੰਡਲ ਦੇਸ਼। ਅਤੇ ਕਿੰਨੇ ਹੀ ਇੱਥੇ ਭਵਨ ਚੱਕਰ ਹਨ, ਸੰਸਾਰ ਦੇ ਵੱਖ-ਵੱਖ ਜਿਹੜੇ ਉਹ ਹਿੱਸੇ ਹਨ। ਇਹ ਗਿਆਨ ਖੰਡ ਦੀ ਅਵਸਥਾ ਵਿੱਚ ਗਿਆਨ ਵਿੱਚ ਵਾਧਾ ਹੋ ਰਿਹਾ ਹੈ, ਉਹ ਗਿਆਨ ਖੰਡ ਦੀ ਅਵਸਥਾ ਹੈ। ਕੀਤੇ ਸਿੱਧ ਬੁੱਧ ਨਾਥ ਕੀਤੇ, ਕੀਤੇ ਦੇਵੀ ਵੇਸ਼। ਤੋਂ ਕਿੰਨੇ ਹੀ ਸਿੱਧ, ਕਿੰਨੇ ਹੀ ਬੁੱਧ ਵਰਗੇ, ਕਿੰਨੇ ਹੀ ਨਾਥ, ਤੇ ਕਿੰਨੀਆਂ ਹੀ ਦੇਵੀਆਂ ਦੇ ਪਹਿਰਾਵੇ, ਦੇਵੀ ਵੇਸ਼, ਕਿੰਨੀਆਂ ਹੀ ਦੇਵੀਆਂ ਅਤੇ ਦੇਵੀਆਂ ਦੇ ਵੱਖ-ਵੱਖ ਪਹਿਰਾਵੇ ਹਨ। ਕੀਤੇ ਦੇਵ ਦਾਨਵ ਮੁਨੀ ਕੀਤੇ, ਤੋਂ ਕਿੰਨੇ ਹੀ ਇੱਥੇ ਦੇਵਤੇ, ਕਿੰਨੇ ਹੀ ਦੈਂਤ, ਕਿੰਨੇ ਹੀ ਮੁਨੀ ਲੋਕ। ਕੀਤੇ ਰਤਨ ਸਮੁੰਦ, ਤੇ ਕਿੰਨੇ ਹੀ ਇੱਥੇ ਸਮੁੰਦਰ ਹਨ, ਕਿੰਨੇ ਹੀ ਇੱਥੇ ਰਤਨ ਹਨ। ਤੋ ਇਹ ਸਾਰਾ ਕੁਝ ਜਿਹੜਾ ਉਹ ਗਿਆਨ ਖੰਡ ਦੀ ਅਵਸਥਾ ਵਿੱਚ ਜਾ ਕੇ ਪ੍ਰਾਣੀ ਨੂੰ ਪਤਾ ਲੱਗਦਾ ਹੈ। ਜਿੱਥੇ ਦੇਵਤੇ ਦੈਂਤ ਭਾਵ ਦੇਵਤਿਆਂ ਦੇ ਸੁਭਾਅ ਵਰਗੇ, ਦੈਂਤਾਂ ਦੇ ਸੁਭਾਅ ਵਰਗੇ, ਮੁਨੀ ਲੋਕ, ਰਤਨਾਂ ਦੇ ਸਮੁੰਦਰ ਆਦਿਕ ਹਨ। ਉੱਥੇ ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ। ਉੱਥੇ ਅਕਾਲ ਪੁਰਖ ਦੀ ਰਚਨਾ ਵਿੱਚ ਕਲੀਆਂ ਚਾਰ ਖਾਣੀਆਂ ਨਹੀਂ, ਅੰਡਜ ਜੇਰਜ ਸਿਤ ਉਤਪਜ। ਇੱਥੇ ਪਤਾ ਨਹੀਂ ਕਿੰਨੀਆਂ ਖਾਣੀਆਂ ਹਨ, ਜੀਵਾਂ ਦੇ ਪੈਦਾ ਕਰਨ ਵਾਲੀਆਂ ਖਾਣਾ ਹਨ। ਕੀਤੀਆਂ ਬਾਣੀ, ਕਿੰਨੀਆਂ ਬੋਲੀਆਂ ਹਨ ਜੋ ਲੋਕ ਬੋਲਦੇ ਹਨ। ਕੀਤੇ ਪਾਤ ਨਰਿੰਦ, ਤੋਂ ਕਿੰਨੇ ਇੱਥੇ ਦੁਨੀਆ ਵਿੱਚ ਆਪਣੇ ਆਪ ਨੂੰ ਪਾਤਸ਼ਾਹ ਤੇ ਰਾਜੇ ਬਾਦਸ਼ਾਹ ਖਵਾਉਣ ਵਾਲੇ ਹਨ। ਕੀਤੀਆਂ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨਾ ਅੰਤ। ਇੱਥੇ ਕਿੰਨੀਆਂ ਹੀ ਸੁਰਤੀਆਂ ਹਨ, ਭਾਵ ਧਿਆਨ ਲਾਉਣ ਵਾਲੇ ਬੜੇ ਸਾਧਨ ਹਨ, ਅਤੇ ਧਿਆਨ ਲਾਉਣ ਵਾਲੇ ਬੜੇ ਸੇਵਕ ਹਨ, ਤੇ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਇਹ ਜੋ ਗਿਆਨ ਖੰਡ ਦੀ ਅਵਸਥਾ ਹੈ ਬੰਦੇ ਦੀ, ਇਸ ਵਿੱਚ ਗਿਆਨ ਹੀ ਪ੍ਰਚੰਡ ਹੁੰਦਾ ਹੈ, ਗਿਆਨ ਹੀ ਭਾਰੂ ਹੁੰਦਾ ਹੈ, ਗਿਆਨ ਹੀ ਬਲਵਾਨ ਹੁੰਦਾ ਹੈ। ਤਿੱਥੈ ਨਾਦ ਵਿਨੋਦ ਕੋਡ ਆਨੰਦ। ਤੋ ਇਹ ਐਸੀ ਅਵਸਥਾ ਜਿੱਥੇ ਬੇਅੰਤ ਰਾਗਾਂ, ਤਮਾਸ਼ਿਆਂ ਅਤੇ ਹੋਰ ਕੌਤਕਾਂ ਦਾ ਜਿਵੇਂ ਬੰਦੇ ਨੂੰ ਸਵਾਦ ਆ ਜਾਂਦਾ ਹੈ, ਇਹ ਇਸ ਤਰ੍ਹਾਂ ਦੀ ਗਿਆਨ ਦੀ ਅਵਸਥਾ ਹੈ। ਸ਼ਰਮ ਖੰਡ ਕੀ ਬਾਣੀ ਰੂਪ। ਸ਼ਰਮ ਦਾ ਮਤਲਬ ਹੁੰਦਾ ਹੈ ਮਿਹਨਤ, ਸ਼ਰਮ ਹੁੰਦਾ ਹੈ ਲੱਜਿਆ। ਇੱਥੇ ਪਾਠ ਹੈ ਸ਼ਰਮ, ਮਿਹਨਤ। ਤੋਂ ਜਦੋਂ ਬੰਦਾ ਆਪਣਾ ਫਰਜ਼ ਸਮਝ ਲੈਂਦਾ ਹੈ, ਫਰਜ਼ ਨੂੰ ਪੂਰਾ ਕਰਨ ਵਾਸਤੇ ਉਸ ਨੂੰ ਗਿਆਨ ਚਾਹੀਦਾ ਹੈ। ਗਿਆਨ ਜਦੋਂ ਉਹਨੂੰ ਹੋ ਜਾਂਦਾ ਹੈ ਤਾਂ ਫਿਰ ਉਹ ਸੋਚ ਸਮਝ ਕੇ ਉਦਮ ਕਰਨਾ ਸ਼ੁਰੂ ਕਰਦਾ ਹੈ। ਤੀਜੀ ਅਵਸਥਾ ਹੈ ਸ਼ਰਮ ਖੰਡ ਕੀ ਬਾਣੀ ਰੂਪ, ਜਿਹੜੀ ਉਦਮ ਕਰਨ ਵਾਲੀ ਅਵਸਥਾ ਹੈ, ਜਿੱਥੇ ਉਸਨੇ ਗੁਰੂ ਪਰਮੇਸ਼ਰ ਨਾਲ ਸਾਂਝ ਪਾ ਕੇ ਨਾਮ ਦੀ ਕਮਾਈ ਕਰਨੀ, ਬਾਣੀ ਦਾ ਉਪਦੇਸ਼ ਧਾਰਨ ਕਰਨਾ, ਮਨ ਨੂੰ ਇਕਮਿਕ ਕਰਨਾ, ਇਹ ਉਦਮ ਹੈ। ਇਹ ਉਦਮ ਹੈ ਅੰਮ੍ਰਿਤ ਵੇਲੇ ਜਾਗਣਾ, ਆਪਣੇ ਵਕਤ ਸਿਰ ਸਾਰਾ ਨਿਤਨੇਮ ਆਦਿ ਕਰਨਾ, ਬਾਣੀ ਦਾ ਪਾਠ ਕਰਨਾ। ਤਾਂ ਇਹ ਉਦਮ ਦੀ ਅਵਸਥਾ ਹੈ। ਇਹਦੀ ਜਿਹੜੀ ਘਾੜਤ ਹੈ,
ਇਹਦੀ ਜਿਹੜੀ ਬਣਾਵਟ ਹੈ ਉਹ ਬੜੀ ਸੁੰਦਰ ਹੁੰਦੀ ਹੈ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਸੋ ਇਸ ਅਵਸਥਾ ਵਿੱਚ ਮਨ ਦੀ ਬਹੁਤ ਹੀ ਸੁੰਦਰ ਘਾੜਤ ਘੜੀ ਜਾਂਦੀ ਹੈ। ਤਾਕੀਆਂ ਗੱਲਾਂ ਕਥੀਆਂ ਨਾ ਜਾਏ। ਇਹ ਜੋ ਉਦਮ ਦੀ ਅਵਸਥਾ ਹੈ, ਇਸ ਅਵਸਥਾ ਦੀਆਂ ਕਹਾਣੀਆਂ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋ ਕਹੈ ਪਿੱਛੇ ਪਛਤਾਏ, ਤੇ ਜੇ ਕੋਈ ਕਰਨ ਲੱਗਦਾ ਵੀ ਹੈ ਤਾਂ ਉਹ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ। ਤਿੱਥੈ ਘੜੀਐ ਸੁਰ ਤੇ ਮਾਤੇ ਮਾਨੇ ਬੁੱਧ। ਸੋ ਇਹ ਉਦਮ ਦੀ ਅਵਸਥਾ ਐਸੀ ਹੈ ਕਿ ਇਹਦੇ ਵਿੱਚ ਸੁਰਤ ਬੰਦੇ ਦੀ ਉੱਚੀ ਹੁੰਦੀ ਹੈ, ਸੁਰਤ ਘੜੀ ਜਾਂਦੀ ਹੈ, ਮਤ ਘੜੀ ਜਾਂਦੀ ਹੈ। ਭਾਵ ਸੁਰਤ ਤੇ ਮਤ ਉੱਚੀ ਹੁੰਦੀ ਹੈ ਤੇ ਮਨ ਵਿੱਚ ਗੁਰੂ ਪਰਮੇਸ਼ਰ ਪ੍ਰਤੀ ਜਾਗਰਤੀ ਪੈਦਾ ਹੋ ਜਾਂਦੀ ਹੈ। ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਤੋ ਇਹ ਐਸੀ ਅਵਸਥਾ ਹੈ ਜਿੱਥੇ ਸੁਧ ਤੋਂ ਭਾਵ ਹੈ ਅਕਲ, ਸੁਰਾਂ, ਸਿੱਧਾਂ ਕੀ ਸੁਧ। ਤੋ ਇਸ ਅਵਸਥਾ ਵਿੱਚ ਪਹੁੰਚ ਕੇ ਪ੍ਰਾਣੀ ਨੂੰ ਦੇਵਤਿਆਂ, ਸਿੱਧਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਇਹ ਸੁਰਤੀ ਜਿਹੜੀ ਹੈ ਇਹ ਕਿਵੇਂ ਘੜੀ ਜਾਂਦੀ ਹੈ, ਕਿਵੇਂ ਸੁਰਤ ਆਪਣੀ ਉੱਚੀ ਲੈ ਕੇ ਜਾਈਦਾ ਹੈ। ਕਰਮਖੰਡ ਕੀ ਬਾਣੀ ਜ਼ੋਰ। ਤੋ ਉਦਮ ਤੋਂ ਬਾਅਦ ਅੱਗੇ ਫਿਰ ਮਿਹਨਤ ਕਰਦਾ ਕਰਦਾ ਬੰਦਾ ਜਿਹੜਾ ਹੈ ਇਹ ਗੁਰੂ ਪਰਮੇਸ਼ਰ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਇਹ ਚੌਥੀ ਅਵਸਥਾ ਹੈ ਬਖਸ਼ਿਸ਼ ਵਾਲੀ, ਕਰਮਖੰਡ ਕੀ ਬਾਣੀ ਜ਼ੋਰ। ਇਹ ਜਿਹੜੀ ਬਖਸ਼ਿਸ਼ ਵਾਲੀ ਅਵਸਥਾ ਹੈ, ਇਸ ਦੀ ਬਾਣੀ ਤੋਂ ਭਾਵ ਇਸ ਦੀ ਬਨਾਵਟ ਜਿਹੜੀ ਹੈ ਇਹ ਜ਼ੋਰ ਹੈ, ਇਹ ਤਾਕਤ ਹੈ, ਇਹ ਬਲ ਹੈ। ਸੋ ਮਨੁੱਖ ਦੀ ਜੋ ਆਤਮਾ ਹੈ ਇਹ ਬਲਵਾਨ ਹੁੰਦੀ ਹੈ। ਤਿੱਥੈ ਹੋਰ ਨਾ ਕੋਈ ਹੋਰ। ਤੋ ਇਸ ਅਵਸਥਾ ਵਿੱਚ ਜੋ ਪ੍ਰਾਣੀ ਪਹੁੰਚਦਾ ਹੈ ਤਾਂ ਉਸ ਦੇ ਅੰਦਰ ਅਕਾਲ ਪੁਰਖ ਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਨਹੀਂ ਵਸਿਆ ਹੁੰਦਾ। ਉਸ ਦੀ ਲਗਨ ਕੇਵਲ ਇੱਕ ਨਾਲ ਹੀ ਲੱਗੀ ਰਹਿੰਦੀ ਹੈ। ਤਿੱਥੈ ਜੋਧ ਮਹਾਬਲ ਸ਼ੂਰ। ਸੋ ਇਸ ਅਵਸਥਾ ਵਿੱਚ ਪਹੁੰਚਣ ਵਾਲੇ ਉਹਨਾਂ ਨੂੰ ਯੋਧੇ, ਸ਼ੂਰਵੀਰ, ਮਹਾਬਲੀ ਕਿਹਾ ਜਾਂਦਾ ਹੈ। ਮਨ ਕਰਕੇ ਬਲਵਾਨ ਹੋ ਜਾਂਦੇ ਹਨ। ਤਿਨਮੈ ਰਾਮ ਰਹਾ ਭਰਪੂਰ। ਉਹਨਾਂ ਦੇ ਵਿੱਚ ਕੇਵਲ ਤੇ ਕੇਵਲ ਕਰਤਾ ਪੁਰਖ ਪ੍ਰਭੂ ਪਰਮੇਸ਼ਰ ਹੀ ਭਰਪੂਰ ਹੁੰਦਾ ਹੈ। ਉਸ ਦੀ ਯਾਦ ਹੀ ਕੇਵਲ ਉਹਨਾਂ ਦੇ ਮਨ ਵਿੱਚ ਵਸੀ ਹੋਈ ਹੁੰਦੀ ਹੈ, ਰੋਮ ਰੋਮ ਵਿੱਚ ਉਸ ਦੀ ਯਾਦ ਹੁੰਦੀ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਏ। ਸੋ ਇਸ ਅਵਸਥਾ ਵਿੱਚ ਪਹੁੰਚਿਆ ਜਿਹੜਾ ਜੀਵ ਹੈ, ਜੋ ਪ੍ਰਾਣੀ ਹੈ, ਉਹ ਗੁਰੂ ਪਰਮੇਸ਼ਰ ਦੀ ਜੋ ਮਹਿਮਾ ਹੈ, ਸਿਫਤ ਸਲਾਹ ਹੈ, ਵਡਿਆਈ ਹੈ, ਉਸ ਵਿੱਚ ਹੀ ਪਰੋਇਆ ਰਹਿੰਦਾ ਹੈ। ਉਸ ਦਾ ਮਨ ਪਰੋਇਆ ਰਹਿੰਦਾ ਹੈ। ਸੀਤਾ, ਸੀਤੋ ਸੀਤਾ ਭਾਵ ਚੰਗੀ ਤਰ੍ਹਾਂ ਉਸ ਦਾ ਮਨ ਸੀ ਹੋਇਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ, ਪਰੋਇਆ ਹੋਇਆ ਰਹਿੰਦਾ ਹੈ ਗੁਰੂ ਪਰਮੇਸ਼ਰ ਦੀ ਮਹਿਮਾ ਵਿੱਚ। ਤਾਂ ਕਿ ਰੂਪ ਨ ਕਥਨੇ ਜਾਏ। ਤੋ ਇਸ ਅਵਸਥਾ ਵਿੱਚ ਪਹੁੰਚੇ ਹੋਏ ਜਿਹੜੇ ਜੀਵ ਹਨ, ਉਹਨਾਂ ਦੇ ਜਿਹੜੇ ਰੂਪ ਹਨ, ਉਹਨਾਂ ਦੀ ਘਾਟ ਜਿਹੜੀ ਉੱਥੇ ਬਣ ਜਾਂਦੀ ਹੈ, ਉਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਉਹਨਾਂ ਦੇ ਸੋਹਣੇ ਰੂਪ ਜਿਹੜੇ ਹੈ, ਮਨ ਕਰਕੇ ਸੋਹਣੇ ਰੂਪ, ਉਹ ਵਰਣਨ ਨਹੀਂ ਕੀਤੇ ਜਾ ਸਕਦੇ, ਕਿਉਂਕਿ ਰੱਬੀ ਨੂਰ ਉਹਨਾਂ ਦੇ ਚਿਹਰੇ ਤੇ ਝਲਕਦਾ ਹੁੰਦਾ ਹੈ। ਨਾ ਉਹ ਮਰੇ ਨਾ ਠਾਗੇ ਜਾਏ। ਸੋ ਇਸ ਅਵਸਥਾ ਵਿੱਚ ਪਹੁੰਚਣ ਵਾਲੇ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਤੋਂ, ਮੋਹ ਮਾਇਆ ਤੋਂ ਠਗੇ ਨਹੀਂ ਜਾ ਸਕਦੇ। ਜਿਨ ਕੈ ਰਾਮ ਵਸੈ ਮਨ ਮਾਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚ, ਮਨ ਦੀਆਂ ਯਾਦਾਂ ਵਿੱਚ ਪ੍ਰਭੂ ਹੀ, ਗੁਰੂ ਪਰਮੇਸ਼ਰ ਹੀ ਵਸਦਾ ਹੁੰਦਾ ਹੈ। ਤਿੱਥੈ ਭਗਤ ਵਸਹਿ ਕੇ ਲੋ। ਤੋ ਇਹ ਅਵਸਥਾ ਐਸੀ ਹੈ ਜਿੱਥੇ ਬਹੁਤ ਸਾਰੇ ਲੋ ਤੋਂ ਭਾਵ ਹੈ ਭਵਨਾਂ ਦੇ, ਬਹੁਤ ਸਾਰੇ ਭਵਨਾਂ ਦੇ ਇੱਥੇ ਭਗਤ
ਜਨ ਜਿਹੜੇ ਆ ਉਹ ਪਹੁੰਚਦੇ ਹਨ, ਵਸਦੇ ਹਨ, ਇਸ ਅਵਸਥਾ ਵਿੱਚ ਵਿਚਰਦੇ ਹਨ। ਤਿੱਥੈ ਭਗਤ ਵਸੈ ਕੇ ਲੋ, ਕਰਹਿ ਆਨੰਦੋ ਸੱਚਾ ਮਨ ਸੋਇ। ਤੇ ਉਹਨਾਂ ਦੇ ਮਨ ਵਿੱਚ ਉਹੀ ਅਕਾਲ ਪੁਰਖ ਪ੍ਰਭੂ ਕਰਤਾ ਪੁਰਖ ਵਸਿਆ ਹੋਇਆ ਹੁੰਦਾ ਹੈ। ਇਸ ਕਰਕੇ ਉਹ ਫਿਰ ਆਤਮਿਕ ਆਨੰਦ ਪ੍ਰਾਪਤ ਕਰਦੇ ਹਨ। ਸੱਚਖੰਡੀ ਵਸੈ ਨਿਰੰਕਾਰ। ਇਹ ਜੋ ਮਨ ਦੀ ਅਗਲੀ ਅਵਸਥਾ ਅਤੇ ਆਖਰੀ ਅਵਸਥਾ ਹੈ, ਜਿਸ ਨੂੰ ਸੱਚਖੰਡ ਦੀ ਅਵਸਥਾ ਕਿਹਾ ਜਾਂਦਾ ਹੈ। ਸੱਚ, ਸੱਚ ਵਿੱਚ, ਖੰਡ, ਖੰਡ ਵਿੱਚ, ਭਾਵ ਸੱਚ ਖੰਡ ਵਿੱਚ। ਇਹ ਇੱਕ ਮਨ ਦੀ ਅਵਸਥਾ ਹੈ ਜਿੱਥੇ ਕੋਈ ਦੋਮ ਸੇਮ ਨਹੀਂ ਹੁੰਦਾ। ਕੇਵਲ ਮਨੁੱਖ ਦੇ ਮਨ ਵਿੱਚ ਇੱਕੋ ਹੀ ਕਰਤਾ ਪੁਰਖ ਨਿਰੰਕਾਰ ਪ੍ਰਭੂ ਦੀ ਯਾਦ ਵਸੀ ਹੋਈ ਹੁੰਦੀ ਹੈ। ਕਰ ਕਰ ਵੇਖਾ ਨਦਰ ਨਿਹਾਲ। ਤਾਂ ਉਹ ਜੋ ਅਕਾਲ ਪੁਰਖ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਕਾਰੀ ਕਾਰੀ ਵੇਖਦਾ ਹੈ। ਨਦਰੀ ਨਿਹਾਲ, ਤੇ ਆਪਣੀ ਨਜ਼ਰ ਨਾਲ, ਆਪਣੇ ਬਣਾਏ ਹੋਏ ਨਿਯਮਾਂ ਨਾਲ ਇਸ ਸਾਰੀ ਸ੍ਰਿਸ਼ਟੀ ਦੀ, ਸਾਰੇ ਸ੍ਰਿਸ਼ਟੀ ਦੇ ਜੀਵਾਂ ਦੀ ਸੰਭਾਲ ਕਰ ਰਿਹਾ ਹੁੰਦਾ ਹੈ। ਤਿੱਥੈ ਖੰਡ ਮੰਡਲ ਵਰਭੰਡ। ਸੋ ਇਹ ਅਵਸਥਾ ਜਿਹੜੀ ਐਸੀ ਹੈ ਜਿੱਥੇ ਪਹੁੰਚ ਕੇ ਜੀਵ ਨੂੰ ਸਮਝ ਪੈਂਦੀ ਹੈ ਕਿ ਅਕਾਲ ਪੁਰਖ ਦੀ ਕੁਦਰਤ ਵਿੱਚ ਬੇਅੰਤ ਹੀ ਖੰਡ ਮੰਡਲ ਵਰਭੰਡ ਹਨ। ਇਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿੰਨੇ ਕੁ ਹਨ? ਤਿੱਥੈ ਲੋ ਲੋ ਆਕਾਰ। ਤੋ ਇਸ ਤਰ੍ਹਾਂ ਬੇਅੰਤ ਆਕਾਰ ਵਾਲੇ ਇੱਥੇ ਵੱਖ-ਵੱਖ ਭਵਨ ਹਨ, ਲੋਕ ਹਨ, ਖੰਡ ਹਨ, ਧਰਤੀ ਦੇ ਹਿੱਸੇ ਹਨ। ਜਿਵ ਜਿਵ ਹੁਕਮ ਤਿਵੈ ਤਿਵਕਾਰ। ਤੋ ਇਹ ਸਾਰੀ ਸ੍ਰਿਸ਼ਟੀ ਵਿੱਚ ਜਿੰਨੇ ਵੀ ਭਵਨ ਹਨ, ਜਿੰਨੇ ਵੀ ਥਾਂ ਹਨ, ਜਿੰਨੀਆਂ ਵੀ ਥਾਵਾਂ ਹਨ ਦੂਰ ਨੇੜੇ, ਉੱਥੇ ਅਕਾਲ ਪੁਰਖ ਦੇ ਹੁਕਮ ਦੀ ਕਾਰ ਚੱਲ ਰਹੀ। ਜਿਵੇਂ ਉਸਦਾ ਹੁਕਮ ਹੁੰਦਾ ਹੈ, ਜਿਵੇਂ ਉਸ 'ਤੇ ਬਣਾਏ ਹੋਏ ਕਾਨੂੰਨ ਹਨ, ਨਿਯਮ ਹਨ, ਉਹਨਾਂ ਅਨੁਸਾਰ ਹਰ ਥਾਂ 'ਤੇ ਉੱਤੇ ਕਾਰ ਚੱਲ ਰਹੀ ਹੈ। ਭਾਵ ਸ੍ਰਿਸ਼ਟੀ ਦੀ ਜਿਹੜੀ ਕਾਰ ਵਿਹਾਰ ਸ੍ਰਿਸ਼ਟੀ ਦਾ ਚੱਲ ਰਿਹਾ ਹੈ। ਵੇਖੈ ਵਿਕਸੈ ਕਰ ਵਿਚਾਰ। ਵੇਖੈ ਵੇਖਦਾ ਹੈ, ਵਿਕਸਦਾ ਹੈ, ਪ੍ਰਸੰਨ ਹੁੰਦਾ ਹੈ, ਕਰ ਵਿਚਾਰ। ਤੋ ਇਸ ਤਰ੍ਹਾਂ ਉਹ ਪ੍ਰਭੂ ਪਾਤਸ਼ਾਹ ਜਿਹੜਾ ਹੈ ਉਹ ਸੰਭਾਲ ਕਰਦਾ ਹੈ, ਖੁਸ਼ ਹੁੰਦਾ ਹੈ ਸੰਸਾਰ ਦੀ ਰਚਨਾ ਪੈਦਾ ਕਰਕੇ। ਭਾਵ ਜੋ ਉਸਨੇ ਕਾਨੂੰਨ ਬਣਾਏ ਹੋਏ, ਨਿਯਮ ਬਣਾਏ ਹੋਏ ਹਨ, ਉਹਨਾਂ ਨਿਯਮਾਂ ਅਨੁਸਾਰ ਹੀ ਸਾਰਾ ਕੁਝ ਸੰਸਾਰ ਵਿੱਚ ਚੱਲ ਰਿਹਾ ਹੈ, ਜਿਨ੍ਹਾਂ ਵਿੱਚ ਕੋਈ ਬਦਲਾਅ ਨਹੀਂ ਹੋ ਸਕਦਾ। ਨਾਨਕ ਕਥਨਾ ਕਰੜਾ ਸਾਰ। ਤੋ ਇਸ ਅਵਸਥਾ 'ਤੇ ਪਹੁੰਚ ਕੇ ਲੱਗਦਾ ਹੈ ਕਿ ਪ੍ਰਭੂ ਸਭ ਦੀ ਸੰਭਾਲ ਕਰ ਰਿਹਾ ਹੈ। ਇਹ ਜੋ ਅਵਸਥਾ ਹੈ ਸੱਚਖੰਡ ਵਾਲੀ, ਇਸ ਦਾ ਬਿਆਨ ਕਰਨਾ ਬੜਾ ਕਠਿਨ ਹੈ। ਜਿਵੇਂ ਲੋਹਾ ਹੈ, ਇਸ ਤਰ੍ਹਾਂ ਬੜਾ ਕਰੜਾ ਹੈ ਇਸ ਦਾ ਬਿਆਨ ਕਰਨਾ। ਜਾਤੋ ਪਹਾਰਾ ਧੀਰਜ ਸੁਨਿਆਰ। ਜਤ ਆਪਣੇ ਜੋ ਇੰਦਰੇ ਹਨ ਸਰੀਰ ਦੇ, ਇਹਨਾਂ ਨੂੰ ਮੋਹ ਮਾਇਆ ਤੋਂ ਬਚਾ ਕੇ ਰੱਖਣਾ, ਮੋਹ ਮਾਇਆ ਦੇ ਹਾਲਿਆਂ ਤੋਂ ਬਚਾ ਕੇ ਰੱਖਣਾ, ਇਹ ਜਤ ਹੈ। ਪਹਾਰਾ ਸੁਨਿਆਰੇ ਦੀ ਦੁਕਾਨ। ਤੋ ਸੁਨਿਆਰੇ ਦੀ ਦੁਕਾਨ ਜਿਹੜੀ ਹੈ ਇਹ ਜਤ ਹੋਵੇ। ਧੀਰਜ ਸੁਨਿਆਰ। ਤੇ ਜਿਹੜਾ ਧੀਰਜ ਹੈ ਇਹ ਸੁਨਿਆਰ ਬਣੇ। ਮਨ ਜਿਹੜਾ ਹੈ, ਮਨ ਦਾ ਧੀਰਜ ਇਹ ਸੁਨਿਆਰਾ ਬਣ ਜਾਏ। ਆਹਰਣ ਮਤ। ਜੇ ਮਨੁੱਖ ਦੀ ਮਤ ਜਿਹੜੀ ਆ ਇਹ ਆਹਰਣ ਬਣ ਜਾਏ, ਵੇਦ ਹਥਿਆਰ। ਤੇ ਇਸ ਮਤ ਉੱਤੇ, ਮਤ ਰੂਪੀ ਆਹਰਣ ਉੱਤੇ ਜਿਹੜਾ ਹਥੌੜਾ ਮਾਰਨਾ ਹੈ ਆਹਰਣ ਉੱਤੇ, ਉਹ ਗਿਆਨ ਬਣ ਜਾਏ।
ਭਾਉ ਖੱਲਾ। ਜੋ ਰੱਬ ਦਾ ਡਰ ਹੈ, ਨਿਰਮਲ ਭਾਉ ਹੈ ਅਕਾਲ ਪੁਰਖ ਦਾ, ਗੁਰੂ ਪਰਮੇਸ਼ਰ ਦਾ, ਇਹ ਖੱਲਾ ਬਣ ਜਾਏ, ਭਾਵ ਧੌਂਕਣੀ ਬਣ ਜਾਏ ਜੋ ਸੁਨਿਆਰੇ ਦੀ ਹੁੰਦੀ ਹੈ। ਅਗਨੀ ਤਪਤਾਓ, ਤੋ ਜਿਹੜੀ ਅੱਗ ਹੈ ਇਹ ਘਾਲ ਕਮਾਈ ਜਿਹੜੀ ਹੈ, ਇਹ ਤਪਤਾਓ ਜੋ ਘਾਲ ਕਮਾਈ ਹੈ ਇਹ ਅੱਗ ਹੋ ਜਾਏ, ਅੱਗ ਬਣ ਜਾਏ। ਭਾਂਡਾ ਭਾਉ, ਪ੍ਰੇਮ ਦਾ ਭਾਂਡਾ ਹੋ ਜਾਏ। ਅੰਮ੍ਰਿਤ ਉੱਤੇ ਢਾਲੇ, ਤੇ ਇਸ ਪ੍ਰੇਮ ਦੇ ਭਾਂਡੇ ਵਿੱਚ, ਇਹ ਮਨ ਰੂਪੀ ਪ੍ਰੇਮ ਦੇ ਭਾਂਡੇ ਵਿੱਚ ਪ੍ਰਭੂ ਪਰਮੇਸ਼ਰ ਦਾ ਨਾਮ ਜਿਹੜਾ ਉਹ ਟਿਕ ਜਾਏ। ਘੜੀਏ ਸ਼ਬਦ ਸੱਚੀ ਟਕਸਾਲ, ਤੋ ਇਹ ਜਿਹੜੀ ਸੱਚੀ ਅਟਲ ਟਕਸਾਲ ਹੈ, ਇਹ ਘਾੜਤ ਹੈ, ਇਹਦੇ ਵਿੱਚ ਫਿਰ ਇਹ ਜਿਹੜਾ ਮਨ ਹੈ ਇਹਦੀ ਘਾੜਤ ਘੜੀ ਜਾਂਦੀ ਹੈ। ਸ਼ਬਦ ਦੁਆਰਾ ਮਨ ਦੀ ਘਾੜਤ ਘੜੀ ਜਾਂਦੀ ਹੈ। ਜਿਨ ਕੋ ਨਦਰੀ ਕਰਮ ਤਿਨ ਕਾਰ, ਤੋ ਇਹ ਕਾਰ ਉਹਨਾਂ ਦੀ ਹੈ, ਇਹ ਕੰਮ ਉਹਨਾਂ ਦੇ ਹਿੱਸੇ ਆਉਂਦਾ ਹੈ। ਜਿਨ ਕੋ ਨਦਰੀ ਕਰਮ, ਜਿਨ੍ਹਾਂ ਦੇ ਉੱਤੇ ਉਸ ਮਾਲਕ ਦੀ ਨਜ਼ਰ ਹੁੰਦੀ ਹੈ, ਉਸ ਮਾਲਕ ਦੀ ਬਖਸ਼ਿਸ਼ ਹੁੰਦੀ ਹੈ। ਭਾਵ ਜਿਹੜੇ ਪ੍ਰਭੂ ਪਰਮੇਸ਼ਰ ਦੇ ਬਣਾਏ ਹੋਏ ਨਿਯਮਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਲੱਗ ਜਾਂਦੇ ਹਨ। ਨਾਨਕ ਨਦਰੀ ਨਦਰੀ ਨਿਹਾਲ, ਤਾਂ ਇਸ ਤਰ੍ਹਾਂ ਉਹ ਅਕਾਲ ਪੁਰਖ ਦੀ ਬਖਸ਼ਿਸ਼ ਦੁਆਰਾ, ਨਜ਼ਰ ਦੁਆਰਾ, ਉਸ ਦੇ ਪ੍ਰੇਮ ਦੁਆਰਾ, ਉਹਦੀ ਸਪੋਰਟ ਦੁਆਰਾ ਇੱਥੇ ਪਹੁੰਚ ਕੇ ਪ੍ਰਾਣੀ ਜਿਹੜੇ ਹਨ ਉਹਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦੇ ਹਨ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ। ਪਵਨ ਇਸ ਤਰ੍ਹਾਂ ਹੈ ਜਿਵੇਂ ਗੁਰੂ ਹੈ, ਜਿਵੇਂ ਮਨੁੱਖ ਦੇ ਵਾਸਤੇ ਗੁਰੂ ਦੀ ਲੋੜ ਹੈ, ਅਧਿਆਤਮਿਕ ਜੀਵਨ ਵਾਸਤੇ ਗੁਰੂ ਦੀ ਲੋੜ ਹੈ, ਇਸੇ ਤਰ੍ਹਾਂ ਜਿਉਂਦੇ ਰਹਿਣ ਵਾਸਤੇ ਹਵਾ ਦੀ ਲੋੜ ਹੈ। ਤੋ ਜਿਉਂਦੇ ਰਹਿਣ ਵਾਸਤੇ ਜਿੱਥੇ ਮਨ ਜਿਉਂਦਾ ਰਹੇ ਉੱਥੇ ਗੁਰੂ ਦੀ ਲੋੜ ਹੈ, ਜਿੱਥੇ ਸਰੀਰ ਜਿਉਂਦਾ ਰਹੇ ਉੱਥੇ ਹਵਾ ਦੀ ਲੋੜ। ਇਸ ਕਰਕੇ ਪਵਨ ਨੂੰ ਗੁਰੂ ਕਿਹਾ ਹੈ। ਪਾਣੀ ਪਿਤਾ, ਜਿਹੜਾ ਪਾਣੀ ਹੈ ਇਹ ਸਭ ਜੀਵਾਂ ਦਾ ਇਹ ਪਿਓ ਹੈ, ਕਿਉਂਕਿ ਜਲ ਹੀ ਤੇ ਸਭ ਓਪਤ ਹੋਵਾ। ਪਾਣੀ ਤੋਂ ਹੀ ਹਰ ਇੱਕ ਚੀਜ਼ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਇਸ ਕਰਕੇ ਪਾਣੀ ਨੂੰ ਪਿਤਾ ਕਿਹਾ ਗਿਆ ਹੈ। ਮਾਤਾ ਧਰਤੀ ਮਹੱਤ, ਧਰਤੀ ਜਿਹੜੀ ਹੈ ਇਹ ਵੱਡੀ ਮਾਤਾ ਹੈ, ਮਾਤਾ ਸਮਾਨ ਹੈ, ਕਿਉਂਕਿ ਧਰਤੀ ਉੱਤੇ ਕੋਈ ਕੁਝ ਵੀ ਕਰੇ, ਕੋਈ ਮੰਦਰ ਬਣਾਵੇ, ਕੋਈ ਸੋਨੇ ਦਾ ਲੇਪ ਕਰੇ, ਕੋਈ ਗੋਹੇ ਦਾ ਲੇਪ ਕਰੇ, ਤਾਂ ਧਰਤੀ ਦਾ ਹੌਸਲਾ ਜਿਗਰਾ ਬਹੁਤ ਵੱਡਾ ਹੈ। ਸਭ ਕੁਝ ਧਰਤੀ ਸਹਾਰਦੀ ਹੈ। ਇਸ ਤਰ੍ਹਾਂ ਹੀ ਧਰਤੀ ਨੂੰ ਇਸ ਕਰਕੇ ਵੱਡੀ ਮਾਤਾ ਕਿਹਾ ਗਿਆ ਹੈ, ਜੋ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਸਭ ਕੁਝ ਸਹਾਰਦੀ ਹੈ। ਦਿਵਸ ਰਾਤ ਦੋਇ ਦਾਈ ਦਾਇਆ, ਦਿਨ ਅਤੇ ਰਾਤ ਇਹ ਦੋਵੇਂ ਅਕਾਲ ਪੁਰਖ ਨੇ ਖਿਡਾਵਾ ਅਤੇ ਖਿਡਾਵੀ ਇਹ ਬਣਾਏ ਹੋਏ ਹਨ। ਖੇਲਾ ਸਗਲ ਜਗਤ, ਅਤੇ ਇਹਨਾਂ ਖਿਡਾਵੇ ਤੇ ਖਿਡਾਵੀ ਦੀ ਗੋਦ ਵਿੱਚ ਸਾਰਾ ਸੰਸਾਰ ਜਿਹੜਾ ਹੈ ਉਹ ਖੇਡ ਰਿਹਾ ਹੈ। ਦਿਨ ਤੇ ਰਾਤ ਇਹ ਖਿਡਾਉਣ ਵਾਲੇ ਹਨ। ਜੀਵ ਦਿਨ ਤੇ ਰਾਤ ਖੇਡ ਰਹੇ ਹਨ, ਆਪਣੀ ਜੀਵਨ ਦੀ ਬਾਜ਼ੀ ਜਿਹੜੀ ਹੈ ਉਹਨੂੰ ਲਾ ਰਹੇ ਹਨ। ਚੰਗੀਆਂ ਜਾਂ ਬੁਰੀਆਂ ਵਾਚੈ ਧਰਮ ਹਦੂਰ, ਤੋ ਚੰਗਿਆਈਆਂ ਬੁਰਾਈਆਂ ਅਕਾਲ ਪੁਰਖ ਦੇ ਬਣਾਏ ਨਿਯਮਾਂ ਅਨੁਸਾਰ ਚੱਲਣ ਵਾਲੇ ਚੰਗਿਆਈਆਂ ਕਰਦੇ ਹਨ, ਤੇ ਜਿਹੜੇ ਨਹੀਂ ਚੱਲਦੇ ਉਹਨਾਂ ਕੋਲੋਂ ਬੁਰਾਈਆਂ ਹੁੰਦੀਆਂ ਹਨ। ਵਾਚੈ ਧਰਮ ਹਦੂਰ, ਤੋ ਇਹ ਜਿਹੜੇ ਚੰਗੇ ਤੇ ਮੰਦੇ ਕੰਮ ਜੀਵਾਂ ਦੇ ਹਨ ਇਹ ਜੀਵ ਦੇ ਨਾਲ ਜਾਂਦੇ ਹਨ। ਇਹ ਸੰਸਕਾਰ ਜੀਵ ਦੇ
ਨਾਲ ਜਾਂਦੇ ਹਨ। ਇਹਨਾਂ ਅਨੁਸਾਰ ਹੀ ਅਗਾਂਹ ਜੀਵ ਦੀ ਹੋਣੀ ਦਾ ਫੈਸਲਾ ਹੁੰਦਾ ਹੈ। ਵਾਚੈ ਧਰਮ ਹਦੂਰੀ ਕਰਮੀ ਆਪੋ ਆਪਣੀ। ਸੋ ਧਰਮ ਹਦੂਰੀ ਦਾ ਮਤਲਬ ਹੈ, ਹਦੂਰੀ ਦਾ ਮਤਲਬ ਹਜ਼ੂਰੀ ਦੇ ਵਿੱਚ। ਹਜ਼ੂਰੀ ਦੇ ਵਿੱਚ ਭਾਵ ਜੋ ਕਿਹਾ ਜਾਂਦਾ ਹੈ ਕਹਾਣੀਆਂ ਵਿੱਚ, ਧਰਮਰਾਜ ਨਾਂ ਦੀ ਜੋ ਪਾਤਰ ਬਣਾਇਆ ਹੋਇਆ ਹੈ। ਵਾਚੈ ਧਰਮ ਹਦੂਰੀ, ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਹੀ ਉਹ ਸਾਰਾ ਕੁਝ ਕਰਦਾ ਹੈ। ਇਸ ਦਾ ਭਾਵ ਹੈ ਧਰਮਰਾਜ ਕੋਈ ਵੱਡਾ ਨਹੀਂ, ਅਕਾਲ ਪੁਰਖ ਧਰਮਰਾਜ ਤੋਂ ਹੀ ਵੱਡਾ ਹੈ। ਅਕਾਲ ਪੁਰਖ ਤੋਂ ਬਿਨਾਂ ਧਰਮਰਾਜ ਕੁਝ ਵੀ ਨਹੀਂ ਹੈ, ਕਿਉਂਕਿ ਸਾਧ ਸੰਗ ਧਰਮਰਾਏ ਕਰੇ ਸੇਵਾ, ਸਾਧ ਸੰਗ ਸ਼ੋਭਾ ਸੁਰ ਦੇਵਾ। ਇਸ ਕਰਕੇ ਇਹ ਅਕਾਲ ਪੁਰਖ ਦੇ ਨਿਯਮਾਂ ਮੁਤਾਬਕ ਜੋ ਚੰਗਿਆਈਆਂ ਤੇ ਬੁਰਾਈਆਂ ਲੋਕ ਕਰਦੇ ਹਨ, ਇਹ ਜੀਵ ਦੇ ਨਾਲ ਜਾਣ ਵਾਲੇ ਸੰਸਕਾਰ ਬਣ ਜਾਂਦੇ ਹਨ। ਕਰਮੀ ਆਪੋ ਆਪਣੀ। ਤੋ ਇਸ ਤਰ੍ਹਾਂ ਇਹ ਆਪੋ ਆਪਣੇ ਕੀਤੇ ਹੋਏ ਕੰਮ ਹਨ, ਚੰਗੇ ਹਨ ਜਾਂ ਮੰਦੇ ਹਨ, ਕਿ ਨੇੜਾ ਕਿ ਦੂਰੀ। ਤੋ ਇਸ ਤਰ੍ਹਾਂ ਇਹ ਆਪਣੇ ਜਿਹੜੇ ਕਰਮ ਹਨ ਜੀਵ ਕਰ ਰਹੇ, ਤੇ ਇਹਨਾਂ ਦੇ ਅਨੁਸਾਰ ਹੀ ਜੀਵਾਂ ਦੇ ਅੰਦਰ ਪ੍ਰਭੂ ਦੀ ਯਾਦ ਰਹਿੰਦੀ ਹੈ। ਚੰਗੇ ਕਰਮ ਕਰਨ ਵਾਲਿਆਂ ਦੇ ਅੰਦਰ ਪ੍ਰਭੂ ਦੀ ਯਾਦ ਰਹਿੰਦੀ ਹੈ, ਤੇ ਜਿਹੜੇ ਬੁਰਾਈਆਂ ਕਰਨ ਵਾਲੇ ਹਨ ਉਹ ਪ੍ਰਭੂ ਦੀ ਯਾਦ ਤੋਂ ਸਖਣੇ ਰਹਿੰਦੇ ਹਨ, ਦੂਰ ਹੋ ਜਾਂਦੇ ਹਨ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲੇ। ਤੋ ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਦਾ ਨਾਮ ਜਿਹੜਾ ਉਹਨੂੰ ਆਪਣੇ ਮਨ ਦੀਆਂ ਯਾਦਾਂ ਵਿੱਚ ਰੱਖਿਆ ਹੈ, ਪ੍ਰਭੂ ਪਰਮੇਸ਼ਰ ਦੇ ਬਣਾਏ ਹੋਏ ਜੋ ਨਿਜ ਮਨ ਸ੍ਰਿਸ਼ਟੀ ਦੇ ਉਹਨਾਂ ਅਨੁਸਾਰ ਆਪਣਾ ਜੀਵਨ ਜੀਵਿਆ ਹੈ, ਗਏ ਮਸ਼ੱਕਤ ਘਾਲੇ। ਉਹ ਮਿਹਨਤ ਕਰਕੇ ਗਏ ਹਨ, ਮਸ਼ੱਕਤ ਕਰਕੇ ਗਏ ਹਨ। ਇੱਥੋਂ ਜੀਵਨ ਵਿੱਚ ਉਹ ਘਾਲਣਾ ਘਾਲ ਕੇ ਗਏ ਹਨ, ਚੰਗੇ ਕੰਮਾਂ ਦੀ ਚੰਗਿਆਈਆਂ ਦੀ ਘਾਲਣਾ ਘਾਲ ਕੇ ਗਏ ਹਨ। ਨਾਨਕ ਤੇ ਮੁਖ ਉਜਲੇ। ਇਹ ਨਾਨਕ ਆਖ, ਉਹ ਜਿਹੜੇ ਐਸੇ ਮਨੁੱਖ ਹਨ ਉਹਨਾਂ ਦੇ ਜਿਹੜੇ ਮੁਖ ਹਨ ਉਹ ਉਜਲੇ ਹੋਏ ਹਨ, ਸੰਸਾਰ ਵਿੱਚ ਉਹਨਾਂ ਦੀ ਸ਼ੋਭਾ ਹੋਈ ਹੈ। ਖੇਤੀ ਛੁੱਟੀ ਨਾਲੇ, ਅਤੇ ਹੋਰ ਕਿੰਨੀ ਦੁਨੀਆ ਉਹਨਾਂ ਦੇ ਨਾਲ ਇਸ ਮੋਹ ਮਾਇਆ ਦੇ ਜਾਲ ਤੋਂ ਮੁਕਤ ਹੋ ਗਈ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਭੁੱਲ ਚੁੱਕਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।